हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 4th ਚੈਪਟਰ ਦਾ ਗੈਂਬਲਿੰਗ ਮੈਚ, ਜਿਸ ਨੂੰ ਕਿ ਮਾਰਜਰੀ ਸਾਈਕਸ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੇ ਅਸੀਂ ਲੌਂਗ ਆਨਸਰ ਟਾਈਪ ਕੁਐਸਚਨਸ ਕਵਰ ਕਰਾਂਗੇ। ਸਟੂਡੈਂਟਸ, ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਚੌਥਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਆਲਰੇਡੀ ਇਸ ਚੈਪਟਰ ਦੇ 3 ਵੀਡੀਓਜ਼ ਬਣਾ ਚੁੱਕਿਆ ਹਾਂ। ਇਹਨਾਂ ਤਿੰਨੇ ਵੀਡੀਓਜ਼ ਦੇ ਵਿੱਚ ਮੈਂ ਇਹ ਸਾਰਾ ਚੈਪਟਰ ਤੁਹਾਨੂੰ ਸਮਝਾਇਆ ਹੈ। ਪਹਿਲੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦਾ ਇੰਟਰੋਡਕਟਰੀ ਪੈਰਾਗ੍ਰਾਫ ਅਤੇ ਪਹਿਲੇ 5 ਪੈਰੇ ਤੁਹਾਡੇ ਨਾਲ ਡਿਸਕਸ ਕੀਤੇ ਨੇ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਦੂਸਰੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦਾ 6ਵਾਂ ਪੈਰਾ ਅਤੇ ਉਸ ਤੋਂ ਬਾਅਦ 12 ਨੰਬਰ ਤੱਕ ਦੇ ਪੈਰੇ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਨੇ। ਉਮੀਦ ਹੈ ਕਿ ਬੱਚਿਓ ਤੁਸੀਂ ਇਹ ਵਾਲਾ ਵੀਡੀਓ ਵੀ ਦੇਖਿਆ ਹੋਵੇਗਾ। ਜੇਕਰ ਤੁਹਾਡਾ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਇਸ ਵੀਡੀਓ ਦਾ ਲਿੰਕ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਇਸੇ ਚੈਪਟਰ ਦੀ ਸੀਰੀਜ਼ ਦੇ ਤੀਸਰੇ ਵੀਡੀਓ ਦੇ ਵਿੱਚ ਮੈਂ ਬਾਕੀ ਦੇ ਸਾਰੇ ਪੈਰੇ ਡਿਸਕਸ ਕੀਤੇ ਨੇ। ਇਸ ਚੈਪਟਰ ਦੇ ਟੋਟਲ ਬੱਚਿਓ 21 ਪੈਰੇ ਨੇ ਜੋ ਮੈਂ ਡਿਸਕਸ ਕੀਤੇ ਨੇ। ਤਾਂ ਜੇਕਰ ਤੁਹਾਡਾ ਇਹ ਤੀਸਰਾ ਵੀਡੀਓ ਵੀ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਵੀ ਪ੍ਰੋਵਾਈਡ ਕਰ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਵਾਲੇ ਕੁਐਸਚਨ ਆਨਸਰ ਸਮਝਣ ਤੋਂ ਪਹਿਲਾਂ ਇਹ ਤਿੰਨੇ ਵੀਡੀਓਜ਼ ਜ਼ਰੂਰ ਦੇਖੋਗੇ, ਤਾਂ ਹੀ ਫਿਰ ਕੁਐਸਚਨ ਆਨਸਰਸ ਨੂੰ ਸਮਝਣ ਦਾ ਬੇਟਾ ਫਾਇਦਾ ਹੈ। ਅਦਰਵਾਈਜ਼ ਜੇਕਰ ਤੁਸੀਂ ਕੁਐਸਚਨ ਆਨਸਰਸ ਨੂੰ ਸਿੱਧੇ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉੱਥੇ ਫਿਰ ਤੁਹਾਨੂੰ ਸਮਝ ਨਹੀਂ ਆਉਂਦੇ ਪ੍ਰੋਪਰ ਅਤੇ ਫਿਰ ਤੁਸੀਂ ਰੱਟੇ ਲਗਾਉਂਦੇ ਹੋ ਅਤੇ ਰੱਟੇ ਬੱਚਿਓ ਬਹੁਤ ਜਲਦੀ ਤੁਸੀਂ ਭੁੱਲ ਜਾਓਗੇ, ਜਿਸ ਦਾ ਕੋਈ ਫਾਇਦਾ ਨਹੀਂ। ਤਾਂ ਬੱਚਿਓ, ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਤਾਂ ਇਸ ਦਾ ਜਿਹੜਾ ਕੁਐਸਚਨ ਹੈ, ਜੋ ਕਿ ਮੈਨੂੰ ਲੱਗਦਾ ਹੈ ਕਿ ਇਸ ਦਾ ਜਿਹੜਾ ਮੇਨ ਕੁਐਸਚਨ ਬਣਦਾ ਹੈ, ਉਹ ਹੈ ਕਿ ਇਸ ਚੈਪਟਰ ਦੀ ਬਰੀਫ ਸਟੋਰੀ, ਕਿ ਇਸ ਚੈਪਟਰ ਦੇ ਵਿੱਚ ਹੋਇਆ ਕੀ ਹੈ। ਤਾਂ ਕੁਐਸਚਨ ਹੈ ਕਿ ਰੀਪਰੋਡਿਊਸ ਬਰੀਫਲੀ ਦਾ ਸਟੋਰੀ ਆਫ ਦਾ ਗੈਂਬਲਿੰਗ ਮੈਚ। ਦਾ ਗੈਂਬਲਿੰਗ ਮੈਚ ਦੀ ਸਟੋਰੀ ਨੂੰ ਆਪਾਂ ਨੇ ਬਰੀਫ ਸੰਖੇਪ ਤੌਰ ਤੇ ਆਪਾਂ ਨੇ ਇਸ ਨੂੰ ਰੀਪਰੋਡਿਊਸ ਕਰਨਾ, ਮਤਲਬ ਪੇਸ਼ ਕਰਨਾ ਹੈ। ਹਾਲਾਂਕਿ ਇਹਦੇ ਇੱਕ ਦੋ ਕੁਐਸਚਨ ਬੇਟਾ ਹੋਰ ਵੀ ਇੰਪੋਰਟੈਂਟ ਬਣਦੇ ਆ, ਜਿਵੇਂ ਕਰੈਕਟਰ ਸਕੈਚ ਆ ਸਕਦਾ ਹੈ, ਦੁਰਯੋਧਨ ਦਾ ਆ ਸਕਦਾ ਹੈ, ਯੁਧਿਸ਼ਟਰ ਦਾ ਆ ਸਕਦਾ ਹੈ, ਸ਼ਕੁਨੀ ਦਾ ਆ ਸਕਦਾ ਹੈ, ਕਿਉਂਕਿ 3 ਮੇਨ ਕਰੈਕਟਰ ਹੈ ਇਸ ਚੈਪਟਰ ਦੇ। ਲੇਕਿਨ ਮੈਨੂੰ ਲੱਗਦਾ ਹੈ ਕਿ ਜਿਹੜਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਉਹ ਇਹ ਵਾਲਾ ਹੈ ਕਿ ਇਹਦਾ ਗੈਂਬਲਿੰਗ ਮੈਚ 'ਚ ਹੋਇਆ ਕੀ ਸੀ। ਇਹ ਹੁਣ ਕੁਐਸਚਨ ਤੁਹਾਨੂੰ ਨਾ ਕਈ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ। ਇਹ ਤੁਹਾਨੂੰ ਕੁਐਸਚਨ ਐਵੇਂ ਵੀ ਪੁੱਛਿਆ ਜਾ ਸਕਦਾ ਹੈ ਕਿ ਇਸ ਚੈਪਟਰ ਦਾ ਮੇਨ ਥੀਮ ਕੀ ਹੈ। ਇਹ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਯੁਧਿਸ਼ਟਰ ਕਿਵੇਂ ਹਾਰ ਗਿਆ ਸਾਰਾ ਕੁਝ ਆਪਣੇ ਜੂਏ ਦੇ ਵਿੱਚ। ਇਹ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਦੁਰਯੋਧਨ ਤੇ ਸ਼ਕੁਨੀ ਨੇ ਯੁਧਿਸ਼ਟਰ ਨੂੰ ਕਿਸ ਤਰ੍ਹਾਂ ਹਰਾਤਾ। ਜਾਂ ਫਿਰ ਤੁਹਾਨੂੰ ਸਿੰਪਲ, ਜਿਵੇਂ ਮੈਂ ਤੁਹਾਨੂੰ ਲਿਖਿਆ ਹੋਇਆ ਹੈ, ਜੋ ਮੈਕਸਿਮਮ ਟਾਈਮ ਪੇਪਰ 'ਚ ਆਇਆ ਹੈ, ਬੋਰਡ ਦੇ ਪੇਪਰ 'ਚ ਆਹ ਵਾਲਾ ਕੁਐਸਚਨ ਆਇਆ ਹੈ ਕਿ ਦਾ ਗੈਂਬਲਿੰਗ ਮੈਚ ਦੀ ਸਟੋਰੀ ਨੂੰ ਤੁਸੀਂ ਆਪਣੇ ਸ਼ਬਦਾਂ 'ਚ ਲਿਖੋ ਜਾਂ ਸਮਰੀ ਲਿਖੋ। ਤਾਂ ਮੈਂ ਇਹੀ ਕੁਐਸਚਨ ਬੇਟਾ ਤੁਹਾਨੂੰ ਕਰਵਾ ਰਹੇ ਹਾਂ। ਤਾਂ ਆਪਾਂ ਇਹਦਾ ਆਨਸਰ ਸ਼ੁਰੂ ਕਰਦੇ ਹਾਂ। ਦਾ ਗੈਂਬਲਿੰਗ ਮੈਚ ਇਜ਼ ਐਨ ਐਪੀਸੋਡ ਫਰੋਮ ਦਾ ਐਪਿਕ ਮਹਾਭਾਰਤ। ਪਹਿਲੀ ਲਾਈਨ ਤੇ ਬੇਟਾ ਫੋਕਸ ਕਰੋ ਕਿ ਆਪਾਂ ਇੱਕ ਤਾਂ ਦੇਖੋ ਚੈਪਟਰ ਦਾ ਨਾਮ ਪਾਇਆ, ਐਜ਼ ਯੂਜੂਅਲ ਚੈਪਟਰ ਦਾ ਨਾਮ ਆਪਾਂ ਸਿੰਗਲ ਕੋਟਸ ਦੇ ਵਿੱਚ ਪਾਉਂਦੇ ਆ ਤੇ ਆਪਾਂ ਛੋਟੇ ਵੱਡੇ ਅੱਖਰ ਦਾ ਖਿਆਲ ਰੱਖਣਾ ਹੈ। ਜਿਵੇਂ ਦਾ ਦੀ ਟੀ, ਗੈਂਬਲਿੰਗ ਦੀ ਜੀ ਤੇ ਮੈਚ ਦੀ ਐਮ ਵੱਡਾ ਪਾਣਾ ਹੈ, ਬਾਕੀ ਸਾਰੇ ਅੱਖਰ ਛੋਟੇ ਪਾਣੇ ਆ। ਇਹ ਸਾਡੇ ਚੈਪਟਰ ਦਾ ਨਾਮ ਹੈ ਤੇ ਸਾਨੂੰ ਇਹ ਵੀ ਪਤਾ ਹੈ ਕਿ ਇਹ ਇੱਕ ਐਪੀਸੋਡ ਹੈ। ਇਹ ਆਪਾਂ ਇੰਟਰੋਡਕਟਰੀ ਪੈਰੇ ਦੇ ਵਿੱਚ ਹੀ ਦੇਖਿਆ ਸੀ, ਜਦ ਆਪਾਂ ਨੇ ਪਹਿਲੇ ਵੀਡੀਓ ਦੇ ਵਿੱਚ ਇੰਟਰੋਡਕਟਰੀ ਪੈਰਾ ਕਰਿਆ ਸੀ ਕਿ ਇਹ ਇੱਕ ਛੋਟੀ ਘਟਨਾ ਹੈ, ਐਪੀਸੋਡ ਹੈ, ਕਿਹਦੇ ਵਿੱਚੋਂ ਇੱਕ ਐਪਿਕ ਦੇ ਵਿੱਚੋਂ। ਐਪਿਕ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਮਹਾਕਾਵ। ਮਹਾਕਾਵ ਹੁੰਦਾ ਹੈ ਕਿ ਜੋ ਇੱਕ ਪੋਇਮ ਹੁੰਦੀ ਹੈ ਲੇਕਿਨ ਉਹ ਪੋਇਮ ਬਹੁਤ ਵੱਡੀ ਹੁੰਦੀ ਹੈ। ਤਾਂ ਜਦੋਂ ਇੱਕ ਸਟੋਰੀ ਨੂੰ ਇੱਕ ਬਹੁਤ ਵੱਡੀ ਪੋਇਮ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਆਪਾਂ ਉਹਨੂੰ ਮਹਾਕਾਵ ਕਹਿੰਦੇ ਹਾਂ ਤੇ ਇੰਗਲਿਸ਼ ਦੇ ਵਿੱਚ ਆਪਾਂ ਉਸਨੂੰ ਐਪਿਕ ਕਹਿੰਦੇ ਹਾਂ। ਤਾਂ ਸਾਨੂੰ ਪਤਾ ਹੈ ਰਾਮਾਇਣ ਤੇ ਮਹਾਭਾਰਤ ਦੋਨੇ ਐਪਿਕ ਹੈ ਤੇ ਮਹਾਭਾਰਤ ਐਪਿਕ ਦੇ ਵਿੱਚੋਂ ਲਿਆ ਗਿਆ ਇਹ ਐਪੀਸੋਡ। ਤਾਂ ਬੇਟਾ ਜਦੋਂ ਤੁਸੀਂ ਮਹਾਭਾਰਤ ਦਾ ਨਾਮ ਲਿਖਣਾ ਹੈ ਤਾਂ ਇਸ ਨੂੰ ਤੁਸੀਂ ਅੰਡਰਲਾਈਨ ਕਰਨਾ ਹੈ। ਧਿਆਨ ਨਾਲ ਦੇਖੋ, ਮੈਂ ਮਹਾਭਾਰਤ ਦੀ ਪਹਿਲਾਂ ਤਾਂ ਐਮ ਵੱਡੀ ਪਾਈ ਹੈ, ਉਸ ਤੋਂ ਬਾਅਦ ਮੈਂ ਇਸ ਨੂੰ ਅੰਡਰਲਾਈਨ ਕੀਤਾ ਹੈ। ਦੇਖੋ ਧਿਆਨ ਨਾਲ, ਸਿੰਗਲ ਅੰਡਰਲਾਈਨ ਕੀਤਾ ਹੈ ਸਿੰਗਲ ਲਾਈਨ ਦੇ ਵਿੱਚ। ਹੁਣ ਇਹ ਕਿਉਂ ਆਪਾਂ ਕਰਦੇ ਹਾਂ? ਬਿਕੋਜ਼ ਇੱਕ ਬਹੁਤ ਵੱਡੀ ਪੁਸਤਕ ਹੈ ਜਿਹੜੀ ਕਿ ਬਹੁਤ ਜ਼ਿਆਦਾ ਪਪੂਲਰ ਹੋਈ ਸੀ। ਤਾਂ ਜਦੋਂ ਕੋਈ ਵੋਲਿਊਮ ਪਬਲਿਸ਼ ਹੁੰਦਾ ਹੈ ਜਾਂ ਕੋਈ ਬਹੁਤ ਪਪੂਲਰ ਬੁੱਕ ਬੇਟਾ ਜਦੋਂ ਪਬਲਿਸ਼ ਹੁੰਦੀ ਹੈ ਤਾਂ ਆਪਾਂ ਉਸ ਨੂੰ ਕੋਟਸ 'ਚ ਨਹੀਂ ਪਾਉਂਦੇ। ਬੁੱਕ ਨੂੰ ਕੋਟਸ 'ਚ ਨਹੀਂ ਪਾਈਦਾ, ਬੁੱਕ ਨੂੰ ਅੰਡਰਲਾਈਨ ਕਰੀਦਾ ਸਿੰਗਲ ਲਾਈਨ ਦੇ ਨਾਲ। ਇਹ ਤੁਸੀਂ ਰੂਲ ਬਣਾ ਲਓ।
हाँ, ਅਸੀਂ ਚੈਪਟਰ ਦੇ ਨਾਮ ਨੂੰ, ਪੋਇਮ ਦੇ ਨਾਮ ਨੂੰ ਅਸੀਂ ਸਿੰਗਲ ਕੋਟ ਦੇ ਵਿੱਚ ਪਾ ਸਕਦੇ ਹਾਂ। ਛੋਟੇ ਵੱਡੇ ਅੱਖਰਾਂ ਦਾ ਖਿਆਲ ਸਾਨੂੰ ਇਹਦੇ ਵਿੱਚ ਹੀ ਰੱਖਣਾ ਪਊਗਾ ਤੇ ਚੈਪਟਰ ਦਾ ਨਾਮ ਜਾਂ ਪੋਇਮ ਦਾ ਨਾਮ ਲਿਖਣ ਲੱਗੇ ਵੀ ਅਸੀਂ ਇਹ ਚੀਜ਼ ਦਾ ਧਿਆਨ ਰੱਖਦੇ ਹਾਂ। ਤਾਂ ਇਹ ਗੱਲ ਦਾ ਖਿਆਲ ਰੱਖਿਓ, ਮਹਾਭਾਰਤ ਨੂੰ ਆਪਾਂ ਕੋਟਸ ਵਿੱਚ ਨਹੀਂ ਪਾਣਾ। ਕਿਉਂ ਨਹੀਂ ਪਾਣਾ? ਬਿਕੋਜ਼ ਇਟਸ ਅ ਨੇਮ ਆਫ ਅ ਬੁੱਕ, ਪਪੂਲਰ ਬੁੱਕ ਹੈ, ਰਿਲੀਜੀਅਸ ਬੁੱਕ ਹੈ ਤੇ ਬਹੁਤ ਜ਼ਿਆਦਾ ਪਪੂਲਰ ਹੋਈ ਹੈ, ਹੁਣ ਵੀ ਹੈ, ਤਾਂ ਇਸ ਕਰਕੇ ਆਪਾਂ ਇਸ ਨੂੰ ਅੰਡਰਲਾਈਨ ਕਰਨਾ ਹੈ। This chapter is taken from the book The Story of Mahabharata written by Marjorie Sykes। ਹੁਣ ਸਾਨੂੰ ਇਹ ਵੀ ਪਤਾ ਹੈ ਕਿ ਜਿਹੜਾ ਚੈਪਟਰ ਹੈ, ਐਪੀਸੋਡ ਹੈ, ਇਹ ਇੱਕ ਬੁੱਕ ਦੇ ਵਿੱਚੋਂ ਲਿਆ ਗਿਆ ਹੈ। ਉਹ ਬੁੱਕ ਕਿਹੜੀ ਹੈ? ਦ ਸਟੋਰੀ ਆਫ ਮਹਾਭਾਰਤ। ਆਪਾਂ ਕੱਲ ਹੀ ਕਰਿਆ ਸੀ ਤੀਸਰੇ ਵੀਡੀਓ ਦੇ ਵਿੱਚ। ਦ ਸਟੋਰੀ ਆਫ ਮਹਾਭਾਰਤ ਹੈ ਕੀ ਐਕਚੁਅਲੀ? ਦ ਸਟੋਰੀ ਆਫ ਮਹਾਭਾਰਤ ਇੰਗਲਿਸ਼ ਟ੍ਰਾਂਸਲੇਸ਼ਨ ਹੈ ਮਹਾਭਾਰਤ ਦੀ। ਤੁਹਾਨੂੰ ਪਤਾ ਮਹਾਭਾਰਤ ਤਾਂ ਸੰਸਕ੍ਰਿਤ ਲੈਂਗੁਏਜ 'ਚ ਲਿਖਿਆ ਗਿਆ ਸੀ, ਉਸ ਤੋਂ ਬਾਅਦ ਇਸ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਤੇ ਉਸ ਇੰਗਲਿਸ਼ ਟ੍ਰਾਂਸਲੇਸ਼ਨ ਵਾਲੀ ਬੁੱਕ ਦਾ ਨਾਮ ਰੱਖਿਆ ਗਿਆ ਦ ਸਟੋਰੀ ਆਫ ਮਹਾਭਾਰਤ। ਕਿਉਂਕਿ ਇਹ ਵੀ ਇੱਕ ਵੱਡੀ ਬੁੱਕ ਹੈ, ਇਸ ਕਰਕੇ ਆਪਾਂ ਇਸ ਦਾ ਨਾਮ ਵੀ ਦੇਖੋ ਬੇਟਾ ਸਿੰਗਲ ਲਾਈਨ ਦੇ ਵਿੱਚ ਆਪਾਂ ਨੇ ਇਸ ਨੂੰ ਅੰਡਰਲਾਈਨ ਕੀਤਾ ਹੈ, ਤਾਂ ਇੱਥੇ ਵੀ ਕੋਟਸ ਨਹੀਂ ਪਾਣਾ ਤੇ ਇਸ ਦੇ ਜਿਹੜੇ ਕੈਪੀਟਲ ਲੈਟਰਸ ਹੈ ਉਹਨਾਂ ਦਾ ਖਿਆਲ ਰੱਖਣਾ ਹੈ। ਅਤੇ ਇਸ ਨੂੰ ਕਿਹਨੇ ਲਿਖਿਆ ਹੋਇਆ ਹੈ? ਮਾਰਜਰੀ ਸਾਈਕਸ ਨੇ ਲਿਖਿਆ ਹੈ। ਇਹ ਇੱਕ ਲੇਡੀ ਹੈ ਬੇਟਾ, ਮੈਂ ਤੁਹਾਨੂੰ ਦੱਸ ਦਿੰਦਾ। ਤਾਂ ਮਾਰਜਰੀ ਸਾਈਕਸ ਨੇ ਇਹ ਵਾਲੀ ਬੁੱਕ ਹੈ ਜਿਹੜੀ ਉਹ ਲਿਖੀ ਸੀ ਇੰਗਲਿਸ਼ ਦੇ ਵਿੱਚ, ਉਸ ਦੇ ਵਿੱਚੋਂ ਇਹ ਚੈਪਟਰ ਲਿਆ ਗਿਆ। ਮਾਰਜਰੀ ਸਾਈਕਸ ਦੇ ਵੀ ਸਪੈਲਿੰਗ ਧਿਆਨ ਚ ਪਾਣੇ ਹੈ, ਐਮ ਵੱਡਾ, ਐਸ ਵੱਡੀ, ਬਾਕੀ ਸਾਰੇ ਅੱਖਰ ਛੋਟੇ। ਤੇ ਇੱਕ ਗੱਲ ਦਾ ਖਿਆਲ ਰੱਖਣਾ ਹੈ, ਕਦੇ ਵੀ ਰਾਈਟਰ ਦਾ ਨਾਮ ਜਦੋਂ ਆਪਾਂ ਲਿਖਣਾ ਹੈ ਤਾਂ ਉਸਨੂੰ ਕੋਟਸ ਦੇ ਵਿੱਚ ਜਾਂ ਅੰਡਰਲਾਈਨ ਨਹੀਂ ਕੀਤਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ 12ਵੀਂ ਕਲਾਸ ਇੰਗਲਿਸ਼ ਇਲੈਕਟਿਵ ਦੇ ਕਈ ਸਾਰੇ ਚੈਪਟਰਸ ਉਹਨਾਂ ਦੀ ਆਲਰੇਡੀ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਉਹਨਾਂ ਚੈਪਟਰਸ ਦੇ ਐਂਡ ਦੇ ਵਿੱਚ ਦਿੱਤੇ ਹੋਏ ਸ਼ਾਰਟ ਆਨਸਰ ਟਾਈਪ ਕੁਐਸਚਨਸ, ਲੌਂਗ ਆਨਸਰ ਟਾਈਪ ਕੁਐਸਚਨਸ ਅਤੇ ਐਕਸਰਸਾਈਜ਼ਸ ਵਿਦ ਸੋਲੂਸ਼ਨ ਦੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਹਨਾਂ ਚੈਪਟਰ ਦੇ ਵਿੱਚ ਜਿਹੜੀ ਤੁਹਾਡੀ ਬੁੱਕ ਹੈ ਡੀਅਰ ਟੂ ਆਲ ਦਾ ਮਿਊਜ਼ਿਸ, ਉਸ ਦਾ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ ਸ਼ਾਮਿਲ ਹੈ। ਅ ਮੋਸਟ ਫੋਰਗਿਵਿੰਗ ਏਪ ਸੈਕਿੰਡ ਚੈਪਟਰ ਦੇ ਵੀ ਮੈਂ ਤੁਹਾਨੂੰ ਇਹ ਸਾਰੇ ਕੰਪਰੀਹੈਂਸਿਵ ਐਕਸਪਲੇਨੇਸ਼ਨ, ਕੁਐਸਚਨ ਆਨਸਰਸ ਦੇ ਵੀਡੀਓ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਲੈਸਨ ਨੰਬਰ 3 ਯੰਗ ਟਰਕਿਸ਼ ਕੈਟਾਸਟ੍ਰੋਫੀ ਵਾਲਾ ਚੈਪਟਰ ਵੀ ਮੈਂ ਕੰਪਲੀਟ ਕਰਵਾ ਚੁੱਕਿਆ ਹਾਂ। ਤੇ ਤੁਹਾਡੀ ਦ ਲਿਟਰੇਰੀ ਪੈਟਲਸ ਦੀ ਜਿਹੜੀ ਬੁੱਕ ਹੈ ਉਸ ਦੇ ਵਿੱਚ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਇਹ ਵਾਲਾ ਸਾਰਾ ਚੈਪਟਰ ਮੈਂ ਤੁਹਾਡੇ ਨਾਲ ਆਲਰੇਡੀ ਡਿਸਕਸ ਕਰ ਚੁੱਕਿਆ ਹਾਂ। ਜੇਕਰ ਤੁਸੀਂ ਬੱਚਿਓ ਇਹਨਾਂ ਦੇ ਵਿੱਚੋਂ ਵੀਡੀਓਜ਼ ਮਿਸ ਕੀਤੇ ਨੇ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵਾਲੇ ਸਾਰੇ ਚੈਪਟਰਸ ਦੇ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਇਟ ਡੀਲਸ ਵਿਦ ਦਾ ਇਵਲਸ ਆਫ ਗੈਂਬਲਿੰਗ। ਨਾਓ ਇਸ ਚੈਪਟਰ ਦਾ ਥੀਮ ਕੀ ਹੈ? ਇੱਕੋ ਲਾਈਨ ਦੇ ਵਿੱਚ ਥੀਮ ਹੈ ਕਿ ਇਹ ਜਿਹੜਾ ਚੈਪਟਰ ਹੈ ਇਹ ਸੰਬੰਧ ਰੱਖਦਾ ਹੈ, ਡੀਲ ਵਿਦ ਦਾ ਮਤਲਬ ਹੁੰਦਾ ਸੰਬੰਧ ਰੱਖਣਾ, ਕਿਹਦੇ ਨਾਲ? ਗੈਂਬਲਿੰਗ ਦੀ ਬੁਰਾਈ ਦੇ ਨਾਲ। ਇਵਲਸ ਦਾ ਮਤਲਬ ਹੁੰਦਾ ਬੁਰਾਈਆਂ, ਪਹਿਲਾਂ ਵੀ ਆਇਆ ਸ਼ਬਦ, ਇਹ ਚੈਪਟਰ 'ਚ ਵੀ ਆਇਆ। ਗੈਂਬਲਿੰਗ ਕੀ ਹੈ? ਜੂਆ। ਤਾਂ ਜੂਆ ਖੇਡਣ ਸੰਬੰਧੀ ਜੋ ਬੁਰਾਈਆਂ ਨੇ, ਜੂਏ ਦੇ ਨਾਲ ਜੋ ਬੁਰਾਈਆਂ ਆਉਂਦੀਆਂ ਨੇ, ਉਹਦੇ ਨਾਲ ਇਹ ਸੰਬੰਧ ਰੱਖਦਾ ਚੈਪਟਰ। ਵਨ ਡੇ ਕੌਰਵ ਐਂਡ ਪਾਂਡਵਸ ਵਰ ਪਲੇਇੰਗ ਅ ਮੈਚ ਆਫ ਗੈਂਬਲ। ਤਾਂ ਇੱਕ ਦਿਨ ਕੌਰਵ ਤੇ ਪਾਂਡਵ ਮੈਚ ਖੇਡਦੇ ਨੇ ਜੀ, ਕਾਹਦਾ? ਜੂਏ ਦਾ। ਜੂਏ ਦਾ ਮੈਚ ਖੇਡਦੇ ਨੇ, ਇੱਕ ਪਾਸੇ ਕੌਰਵ ਨੇ, ਦੂਜੇ ਪਾਸੇ ਪਾਂਡਵ ਨੇ। ਯੁਧਿਸ਼ਟਰ ਐਂਡ ਦੁਰਯੋਧਨ ਵਰ ਦਾ ਮੇਨ ਪਾਰਟਿਸਿਪੈਂਟਸ ਇਨ ਦਿਸ ਮੈਚ। ਐਕਚੁਅਲੀ ਤਾਂ ਬੇਟਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਾਂਡਵ 5 ਸੀਗੇ ਤੇ ਕੌਰਵ 100 ਭਰਾ ਸੀਗੇ, ਤੇ ਕੌਰਵਾਂ ਨੂੰ ਰਿਪਰੈਜ਼ੈਂਟੇਟਿਵ ਕਰ ਰਿਹਾ ਸੀ ਦੁਰਯੋਧਨ, ਕਿਉਂਕਿ ਉਹ ਸਭ ਤੋਂ ਵੱਡਾ ਸੀ, ਤੇ ਇਧਰੋਂ ਪਾਂਡਵਾਂ ਚੋਂ ਸਭ ਤੋਂ ਵੱਡਾ ਸੀ ਯੁਧਿਸ਼ਟਰ, ਤੇ ਉਹਨਾਂ ਨੂੰ ਉਹ ਰਿਪਰੈਜ਼ੈਂਟੇਟਿਵ ਉਹਨਾਂ ਦਾ ਯੁਧਿਸ਼ਟਰ ਸੀ। ਤਾਂ ਬੇਸਿਕਲੀ ਤਾਂ ਦੋਨੇ ਮੇਨ ਪਾਰਟਿਸਿਪੈਂਟ ਸੀਗੇ। ਦੁਰਯੋਧਨ ਨੇ ਇੱਕ ਸ਼ਰਤ ਰੱਖਤੀ ਸੀਗੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿ ਮੇਰੇ ਤਰਫੋਂ ਪਾਸੇ ਮੇਰੇ ਮਾਮਾ ਜੀ ਸ਼ਕੁਨੀ ਫੇਂਕਣਗੇ, ਇਹ ਪਹਿਲਾਂ ਹੀ ਚਾਲ ਸੀ ਉਹਦੀ। ਤਾਂ ਤੀਸਰਾ ਪਾਰਟਿਸਿਪੈਂਟ ਇੱਕ ਤਰ੍ਹਾਂ ਨਾਲ ਸ਼ਕੁਨੀ ਬਣ ਗਿਆ ਸੀ। ਲੇਕਿਨ ਦਾਅ ਕੌਣ ਲਾ ਰਿਹਾ ਸੀਗਾ? ਦੋਨੇ ਪਾਸੇ ਜੋ ਵੀ ਸਟੇਕ ਤੇ ਲੱਗ ਰਹੀਆਂ ਸੀ ਚੀਜ਼ਾਂ, ਉਹ ਜਾਂ ਤਾਂ ਯੁਧਿਸ਼ਟਰ ਦੀਆਂ ਲੱਗ ਰਹੀਆਂ ਸੀ ਜਾਂ ਦੁਰਯੋਧਨ ਦੀਆਂ ਲੱਗ ਰਹੀਆਂ ਸੀ। ਸ਼ਕੁਨੀ ਸਿਰਫ ਦੁਰਯੋਧਨ ਦੀ ਤਰਫੋਂ ਡਾਈਸ ਸਿੱਟ ਰਿਹਾ ਸੀ, ਪਾਸੇ ਫੇਂਕ ਰਿਹਾ ਸੀ, ਚੀਜ਼ਾਂ ਸ਼ਕੁਨੀ ਦੀਆਂ ਦਾਅ ਤੇ ਨਹੀਂ ਸੀ ਲੱਗ ਰਹੀਆਂ। ਤਾਂ ਇੱਥੇ ਕਈ ਵਾਰੀ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਉਹ ਯੁਧਿਸ਼ਟਰ, ਦੁਰਯੋਧਨ ਤੇ ਸ਼ਕੁਨੀ ਤਿੰਨੇ ਲਿਖੇ ਜਾਂਦੇ ਨੇ ਕਿ ਇਸ ਮੈਚ ਦੇ ਵਿੱਚ ਜਿਹੜੇ ਮੇਨ ਪਾਰਟਿਸਿਪੈਂਟਸ ਹੈ, ਪਾਰਟਿਸਿਪੈਂਟਸ ਦਾ ਮਤਲਬ ਭਾਗੀਦਾਰ, ਜੋ ਉਸ ਦੇ ਵਿੱਚ ਭਾਗ ਲੈ ਰਹੇ ਸੀ ਮੈਚ ਦੇ ਵਿੱਚ, ਉਹਨੂੰ ਆਪਾਂ ਪਾਰਟਿਸਿਪੈਂਟਸ ਕਹਿੰਦੇ। ਤਾਂ ਮੁੱਖ ਭਾਗੀਦਾਰ ਤਾਂ ਬੇਟਾ ਦੋ ਹੀ ਸੀ, ਇੱਕ ਯੁਧਿਸ਼ਟਰ ਸੀ, ਦੂਜਾ ਦੁਰਯੋਧਨ ਸੀ।
ਕੌਰਵਾਂ ਦੀ ਤਰਫੋਂ ਦੁਰਯੋਧਨ ਤੇ ਪਾਂਡਵਾਂ ਦੀ ਤਰਫੋਂ ਯੁਧਿਸ਼ਟਰ, ਕਿਉਂਕਿ ਦੋਨੇ ਬੰਦੇ ਦਾ ਤੇ ਚੀਜ਼ਾਂ ਲਾ ਰਹੇ ਸੀ। ਸ਼ਕੁਨੀ ਸਿਰਫ ਦੁਰਯੋਧਨ ਦੀ ਤਰਫੋਂ ਪਾਸੇ ਫੇਂਕ ਰਿਹਾ ਸੀ। ਦੁਰਯੋਧਨ's cunning uncle Sakuni made the dice which has one side heavier। ਹੁਣ ਦੁਰਯੋਧਨ ਦਾ ਜਿਹੜਾ ਕਪਟੀ ਅੰਕਲ ਸੀ, ਮਾਮਾ ਸੀ, ਕਨਿੰਗ ਦਾ ਮਤਲਬ ਹੁੰਦਾ ਹੈ ਕਪਟੀ, ਕਪਟ ਭਰਿਆ। ਸ਼ਕੁਨੀ ਉਹਦਾ ਨਾਮ ਹੈ, ਐਸ ਵੱਡੀ ਪਾਣੀ ਹੈ ਬਿਕੋਜ਼ ਇਟਸ ਅ ਨੇਮ ਆਫ ਅ ਪਰਸਨ। ਇਸੇ ਤਰ੍ਹਾਂ ਦੁਰਯੋਧਨ ਦੀ ਡੀ ਤੇ ਯੁਧਿਸ਼ਟਰ ਦੀ ਵਾਈ ਵੀ ਵੱਡੀ ਪਾਣੀ ਹੈ। ਤਾਂ ਉਸਨੇ ਡਾਈਸ ਏਦਾਂ ਦਾ ਬਣਾਇਆ ਸੀ, ਉਸਨੇ ਪਾਸਾ, ਡਾਈਸ ਦਾ ਮਤਲਬ ਪਾਸਾ, ਏਦਾਂ ਦਾ ਬਣਾਇਆ ਸੀ ਜਿਸ ਦੀ ਇੱਕ ਸਾਈਡ ਹੈਵੀਅਰ ਸੀ। ਹੈਵੀ ਤੋਂ ਹੈਵੀਅਰ ਬਣਦਾ ਹੈ, ਦੂਜੀ ਡਿਗਰੀ ਹੈ ਜੀ ਹੈਵੀ ਦੀ, ਕਿਉਂਕਿ ਦੋ ਪਾਸਿਆਂ ਦੀ ਤੁਲਨਾ ਹੋ ਰਹੀ ਹੈ, ਇੱਕ ਪਾਸਾ ਦੂਜੇ ਪਾਸੇ ਨਾਲੋਂ ਭਾਰਾ ਹੈ, ਤਾਂ ਇਸ ਕਰਕੇ ਆਪਾਂ ਇੱਥੇ ਹੈਵੀਅਰ ਸੈਕਿੰਡ ਡਿਗਰੀ ਐਡਜੈਕਟਿਵ ਦੀ ਲਗਾਈ ਹੈ। ਤਾਂ ਸ਼ਕੁਨੀ ਨੇ ਪਾਸਾ ਏਦਾਂ ਦਾ ਬਣਾਇਆ ਸੀ ਜਿਹਦਾ ਇੱਕ ਹਿੱਸਾ, ਇੱਕ ਪਾਸਾ ਹੈਵੀ ਸੀ। ਲੇਕਿਨ ਬੱਚਿਓ ਪਤਾ ਨਹੀਂ ਸੀ ਲੱਗਦਾ। ਇਹ ਤੁਹਾਨੂੰ ਪਤਾ ਹੈ ਕਿ ਆਪਾਂ ਚੈਪਟਰ ਪੜ੍ਹਿਆ, ਯੁਧਿਸ਼ਟਰ ਜਦੋਂ 2-3 ਵਾਰੀ ਹਾਰਦਾ ਹੈ ਤਾਂ ਉਸ ਤੋਂ ਬਾਅਦ ਉਹ ਪਾਸੇ ਬੜੇ ਗੌਰ ਨਾਲ ਦੇਖਦਾ ਚੱਕ ਕੇ, ਲੇਕਿਨ ਉਸਨੂੰ ਪਤਾ ਹੀ ਨਹੀਂ ਚੱਲਦਾ ਕਿ ਪਾਸਿਆਂ 'ਚ ਕੋਈ ਪ੍ਰੋਬਲਮ ਹੈ। ਤਾਂ ਫਿਰ ਉਸ ਤੋਂ ਬਾਅਦ ਉਹਨੂੰ ਸ਼ਕੁਨੀ ਕਹਿੰਦਾ ਜੇ ਤੈਨੂੰ ਇਹ ਪਾਸੇ ਪਸੰਦ ਨਹੀਂ, ਦੂਜੇ ਪਾਸੇ ਹੋਰ ਕੋਈ ਪਾਸੇ ਲਿਆ, ਉਹਦੇ ਨਾਲ ਖੇਲ ਲੈ, ਅਸੀਂ ਤੈਨੂੰ ਉਹਦੇ 'ਚ ਵੀ ਹਰਾਵਾਂਗੇ। ਤਾਂ ਫਿਰ ਉਹ ਗੁੱਸੇ 'ਚ ਆ ਕੇ ਕਹਿੰਦਾ ਕਿ ਕੋਈ ਨਾ, ਤੁਸੀਂ ਖੇਡੋ, ਮੈਂ ਵੀ ਇਹਨਾਂ ਪਾਸੇ ਨਾਲ ਹੀ ਖੇਡੂ। ਤਾਂ ਉਹ ਪਾਸੇ ਇਸ ਤਰ੍ਹਾਂ ਦੇ ਬਣਾਏ ਗਏ ਸੀ ਜਿਹੜੇ ਯੁਧਿਸ਼ਟਰ ਨੂੰ ਦਿੱਤੇ ਗਏ ਸੀ ਕਿ ਉਹ ਜਦੋਂ ਵੀ ਫੇਂਕਦਾ ਸੀ ਤਾਂ ਨੰਬਰ ਛੋਟੀ ਆਉਂਦੇ ਸੀ ਉੱਤੇ, ਇਸੇ ਕਰਕੇ ਉਹ ਕੋਈ ਬਾਜ਼ੀ ਨਹੀਂ ਸੀ ਜਿੱਤਿਆ। ਹੀ ਥਰੂ ਦਾ ਡਾਈਸ ਫॉर ਦੁਰਯੋਧਨ, ਇਹ ਆਪਾਂ ਪਹਿਲਾਂ ਹੀ ਕਹਿ ਚੁੱਕੇ। ਇੱਥੇ ਹੀ ਕਿਸ ਨੂੰ ਕਿਹਾ ਗਿਆ? ਸ਼ਕੁਨੀ ਨੂੰ ਕਿਹਾ ਗਿਆ ਕਿ ਸ਼ਕੁਨੀ ਨੇ ਸਿੱਟੇ ਸੀ, ਥਰੋ ਥਰੂ ਥਰੋਨ ਹੈ ਨਾ, ਦੂਜੀ ਵਰਬ ਆਪਾਂ ਲਾਈ ਹੋਈ ਹੈ, ਉਸਨੇ ਦੁਰਯੋਧਨ ਦੇ ਲਈ ਇਹ ਪਾਸੇ ਸਿੱਟੇ ਸੀ। ਯੁਧਿਸ਼ਟਰ ਲੋਸਟ ਮੈਨੀ ਥਿੰਗਸ ਡਿਊਰਿੰਗ ਦਾ ਮੈਚ। ਹੁਣ ਆਪਾਂ ਪੂਰਾ ਬੇਟਾ ਚੈਪਟਰ ਪੜ੍ਹਿਆ ਹੈ ਕਿ ਯੁਧਿਸ਼ਟਰ ਜਿਉਂ ਹਾਰਨ ਲੱਗਦਾ ਹੈ, ਸ਼ੁਰੂ ਤੋਂ ਲੈ ਕੇ ਐਂਡ ਤੱਕ ਹਾਰਦਾ ਹੀ ਜਾਂਦਾ ਹੈ, ਇੱਕ ਵੀ ਬਾਜ਼ੀ ਨਹੀਂ ਜਿੱਤਦਾ। ਤਾਂ ਯੁਧਿਸ਼ਟਰ ਹਾਰਦਾ ਹੈ, ਲੋਸਟ ਕਰਦਾ ਹੈ, ਲੂਜ਼ ਕਰਦਾ ਹੈ, ਬਹੁਤ ਜ਼ਿਆਦਾ ਚੀਜ਼ਾਂ ਹਾਰ ਜਾਂਦਾ ਹੈ, ਮੈਨੀ ਥਿੰਗਸ ਡਿਊਰਿੰਗ ਦਾ ਮੈਚ, ਇਸ ਮੈਚ ਦੇ ਦੌਰਾਨ। ਤਾਂ ਕੀ ਚੀਜ਼ਾਂ ਹਾਰਦਾ ਹੈ ਤੁਸੀਂ ਯਾਦ ਰੱਖਣੀਆਂ, ਬਿਕੋਜ਼ ਇਹ ਇੱਕ ਬਹੁਤ ਹੀ ਇੰਪੋਰਟੈਂਟ ਸ਼ਾਰਟ ਟਾਈਪ ਕੁਐਸਚਨ ਵੀ ਹੈ ਜੋ ਪੇਪਰ 'ਚ ਕਈ ਵਾਰੀ ਆਇਆ। ਹੀ ਲੋਸਟ ਆਲ ਹਿਜ਼ ਲਵਲੀ ਪਰਲਸ। ਤਾਂ ਉਹ ਹਾਰਦਾ ਸਭ ਤੋਂ ਪਹਿਲਾਂ ਆਪਣੇ ਬਹੁਤ ਹੀ ਪਿਆਰੇ ਮੋਤੀ, ਪਰਲਸ, ਯਾਦ ਕਰੋ ਸਾਊਦਰਨ ਓਸ਼ੀਅਨ ਤੋਂ ਉਸਨੇ ਮੰਗਾਏ ਸੀਗੇ ਉਹ ਪਰਲਸ, ਉਹ ਹਾਰ ਜਾਂਦਾ ਹੈ। 1000 ਜਾਰਸ ਆਫ ਗੋਲਡ, ਗੋਲਡ ਦੇ ਬਣੇ ਹੋਏ, ਸੋਨੇ ਦੇ ਬਣੇ ਹੋਏ 1000 ਜਾਰ ਵੀ ਉਹ ਹਾਰਦਾ ਦੂਜੀ ਨੰਬਰ ਤੇ ਉਹ। ਅ ਗੋਲਡਨ ਕਾਰ ਆਫ 6 ਵਾਈਟ ਹੋਰਸਿਸ, ਇੱਕ ਉਸ ਕੋਲ ਰਥ ਹੁੰਦਾ ਹੈ ਜੋ ਸੋਨੇ ਦਾ ਰਥ ਹੈ, ਇੱਥੇ ਕਾਰ ਦਾ ਮਤਲਬ ਰਥ ਹੈ, ਤੇ ਉਸ ਨੂੰ 6 ਵਾਈਟ ਘੋੜੇ ਖਿੱਚਦੇ ਹੈ। ਇਹ ਤੁਹਾਨੂੰ ਯਾਦ ਹੋਣਾ ਚੈਪਟਰ 'ਚ ਦੱਸਿਆ ਗਿਆ ਸੀ, ਉਹ ਘੋੜੇ ਮੂਨਲਾਈਟ ਦੀ ਤਰ੍ਹਾਂ ਵਾਈਟ ਨੇ ਅਤੇ ਹਵਾ ਦੀ ਤਰ੍ਹਾਂ ਤੇਜ਼ ਨੇ। ਇਹ ਆਪਾਂ ਐਕਸਪ੍ਰੈਸ਼ਨ ਚੈਪਟਰ 'ਚ ਪੜ੍ਹਿਆ ਸੀ, ਉਹ ਵੀ ਹਾਰ ਜਾਂਦਾ। The singing girls of his palace with their robes and jewels, ਤਾਂ ਹਜ਼ਾਰਾਂ ਹੀ ਉਸ ਦੀਆਂ ਪੈਲੇਸ ਦੀਆਂ, ਉਸਦੇ ਮਹਿਲ ਦੀਆਂ ਲੜਕੀਆਂ ਹੁੰਦੀਆਂ ਜੋ ਡਾਂਸਿੰਗ ਗਰਲਸ ਹੈ, ਉਹ ਸਾਰੀਆਂ ਹਾਰ ਜਾਂਦਾ ਡਾਂਸਿੰਗ ਗਰਲਸ। ਇਵਨ ਕਿ ਜੋ ਉਹਨਾਂ ਦੇ ਪੋਸ਼ਾਕਾਂ ਹੁੰਦੀਆਂ ਨੇ ਡਾਂਸਿੰਗ ਗਰਲਸ, ਇੱਥੇ ਰੋਬਸ ਦਾ ਮਤਲਬ ਹੈ ਬੱਚਿਓ ਕੱਪੜੇ ਜੋ ਪਾ ਕੇ ਰੱਖਦੀਆਂ ਨੇ, ਮਹਿੰਗੇ ਕੱਪੜੇ, ਰਿਚ ਰੋਬਸ ਆਇਆ ਸੀ ਐਕਸਪ੍ਰੈਸ਼ਨ ਚੈਪਟਰ 'ਚ, ਐਂਡ ਜੁਵਲਸ, ਅਤੇ ਜਿੰਨੇ ਉਹਨਾਂ ਨੇ ਗਹਿਣੇ ਪਾਏ ਹੁੰਦੇ, ਮਤਲਬ ਗਹਿਣੇ ਤੇ ਕੱਪੜਿਆਂ ਸਮੇਤ ਜਿੰਨੀਆਂ ਲੜਕੀਆਂ ਉਸਦੇ ਮਹਿਲ 'ਚ ਹੁੰਦੀਆਂ ਨੇ, ਦਾਸੀਆਂ ਹੁੰਦੀਆਂ ਨੇ ਜਾਂ ਉਸ ਦੀਆਂ ਡਾਂਸਿੰਗ ਗਰਲਸ ਹੁੰਦੀਆਂ ਨੇ, ਸਰਵੈਂਟਸ ਹੁੰਦੀਆਂ, ਸਾਰੀਆਂ ਹਾਰ ਜਾਂਦਾ ਹੈ। ਉਸ ਤੋਂ ਬਾਅਦ ਉਹ ਆਪਣੇ ਮੈਨ ਸਰਵੈਂਟਸ ਵੀ ਹਾਰ ਜਾਂਦਾ ਹੈ, ਦਾਸ ਵੀ ਹਾਰ ਜਾਂਦਾ ਹੈ। ਵਾਰ ਐਲੀਫੈਂਟਸ, ਲੜਾਈ ਦੇ ਵਿੱਚ ਜਿਹੜੇ ਐਲੀਫੈਂਟਸ ਵਰਤੇ ਜਾਂਦੇ ਆ, ਹਾਥੀਆਂ ਨੂੰ ਲੈ ਕੇ ਜਾਇਆ ਜਾਂਦਾ ਹੈ, ਉਹ ਵੀ ਹਾਰ ਜਾਂਦਾ ਹੈ। ਬੈਟਲ ਕਾਰਸ, ਲੜਾਈ ਵਾਲੇ ਜਿਹੜੇ ਰਥ ਹੁੰਦੇ ਆ, ਇੱਥੇ ਕਾਰਸ ਦਾ ਮਤਲਬ ਫੇਰ ਰਥ ਆ ਗਿਆ, ਲੜਾਈ 'ਚ ਜਿਹੜੇ ਰਥ ਯੂਜ਼ ਹੁੰਦੇ ਨੇ ਉਹ ਵੀ ਹਾਰ ਜਾਂਦਾ ਹੈ। ਹੋਰਸਿਸ, ਉਸਦੇ ਸਟੇਬਲ ਦੇ ਵਿੱਚ ਕਿੰਨੇ ਸਾਰੇ ਹੋਰਸਿਸ ਹੁੰਦੇ ਆ, ਅਸਤਬਲ 'ਚ ਕਿੰਨੇ ਸਾਰੇ ਹੋਰਸਿਸ ਹੁੰਦੇ ਆ, ਘੋੜੇ, ਉਹ ਹਾਰ ਜਾਂਦਾ ਹੈ। ਹਿਜ਼ ਆਰਮੀ, ਆਪਣੀ ਸਾਰੀ ਫੌਜ ਹਾਰ ਜਾਂਦਾ ਹੈ। ਐਂਡ ਆਲ ਦੀ ਜਿਊਲਸ ਆਫ ਹਿਜ਼ ਬ੍ਰਦਰਸ, ਇੱਥੋਂ ਤੱਕ ਕਿ ਜਿਹੜੇ ਬ੍ਰਦਰ, ਜਿਹੜੇ ਉਹਦੇ 4 ਭਰਾ ਨੇ, ਭੀਮ ਹੈ, ਅਰਜੁਨ ਹੈ, ਨਕੁਲ ਹੈ, ਸਹਿਦੇਵ, ਉਹਨਾਂ ਦੇ ਜਿਹੜੇ ਪਾਏ ਹੁੰਦੇ ਨੇ ਜਿਊਲਸ, ਗਹਿਣੇ, ਉਹ ਵੀ ਹਾਰ ਜਾਂਦਾ ਹੈ। ਇੱਥੇ ਇੱਕ ਚੀਜ਼ ਰਹਿ ਗਈ ਕਿ ਉਸਦਾ ਇੱਕ ਮੋਸਟ ਪ੍ਰੈਸ਼ੀਅਸ ਜਿਊਲ ਵੀ ਹੁੰਦਾ ਯੁਧਿਸ਼ਟਰ ਦਾ, ਇੱਥੇ ਤੁਸੀਂ ਲਿਖ ਸਕਦੇ ਹੋ, ਮੈਂ ਇੱਥੇ ਲਿਖ ਦਿੰਦਾ, ਹਿਜ਼ ਮੋਸਟ ਐਕਸਪੈਂਸਿਵ ਜਿਊਲ। ਇੱਕ ਉਹਦੇ ਕੋਲੇ ਹੀਰਾ ਹੁੰਦਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਹਿੰਗਾ ਹੁੰਦਾ ਹੀਰਾ, ਉਹ ਦੁਨੀਆ 'ਚ ਬਹੁਤ ਘੱਟ ਲੋਕਾਂ ਕੋਲ ਹੁੰਦਾ, ਉਹਨਾਂ 'ਚੋਂ ਇੱਕ ਹੀਰਾ ਇਸ ਦੇ ਕੋਲੇ ਹੁੰਦਾ, ਉਹ ਵੀ ਹਾਰ ਜਾਂਦਾ ਹੈ।
ਤਾਂ ਇਹ ਵੀ ਤੁਸੀਂ ਇੱਥੇ ਲਿਖ ਸਕਦੇ ਹੋ, ਇਸ ਜਗ੍ਹਾ ਤੇ ਲਿਖ ਸਕਦੇ ਹੋ, ਮੈਂ ਇੱਥੇ ਇਸ ਤਰ੍ਹਾਂ ਲਿਖਿਆ। ਉਸ ਤੋਂ ਬਾਅਦ ਫਿਰ ਉਹ ਆਪਣੇ ਭਰਾਵਾਂ ਦੇ ਜਿਊਲਸ ਵੀ ਹਾਰਦਾ ਹੈ। ਤਾਂ ਜਦੋਂ ਇੰਨਾ ਸਾਰਾ ਕੁਝ ਹਾਰ ਜਾਂਦਾ ਯੁਧਿਸ਼ਟਰ, ਤਾਂ ਵਿਦੁਰ ਵਾਸ ਅਨੇਬਲ ਟੂ ਬੀਅਰ ਦਿਸ ਇੰਟਾਇਰ ਰੋਂਗ ਡੂਇੰਗ। ਤਾਂ ਵਿਦੁਰ ਜਿਹੜਾ ਉਸ ਸਭਾ ਦੇ ਵਿੱਚ ਬੈਠਾ ਹੁੰਦਾ ਹੈ ਤੇ ਹਸਤਿਨਾਪੁਰ ਰਾਜ ਦਾ ਮੁੱਖ ਮੰਤਰੀ ਹੁੰਦਾ ਹੈ, ਤੇ ਸਾਨੂੰ ਇਹ ਵੀ ਪਤਾ ਹੈ ਕਿ ਉਹ ਧ੍ਰਿਤਰਾਸ਼ਟਰ ਦਾ ਭਰਾ ਵੀ ਹੁੰਦਾ ਹੈ, ਤਾਂ ਉਹ ਇਸ ਚੀਜ਼ ਨੂੰ ਸਹਿਨ ਨਹੀਂ ਕਰ ਪਾਉਂਦਾ। ਅਨੇਬਲ ਟੂ ਬੇਅਰ, ਅਨੇਬਲ ਟੂ ਬੇਅਰ ਦਾ ਮਤਲਬ ਹੁੰਦਾ ਹੈ, ਬੇਅਰ ਦਾ ਮਤਲਬ ਹੁੰਦਾ ਹੈ ਸਹਿਣਾ, ਅਨੇਬਲ ਦਾ ਮਤਲਬ ਨਾ ਸਹਿਣਾ, ਤਾਂ ਉਹ ਸਹਿ ਨਹੀਂ ਪਾਉਂਦਾ। ਦਿਸ ਇੰਟਾਇਰ ਰੋਂਗ ਡੂਇੰਗ, ਇਹ ਸਾਰਾ ਜੋ ਗਲਤ ਕੰਮ ਹੋ ਰਿਹਾ ਹੁੰਦਾ ਹੈ, ਰੋਂਗ ਡੂਇੰਗ, ਰੋਂਗ ਡੂਇੰਗ ਦਾ ਮਤਲਬ ਹੁੰਦਾ ਬੇਟਾ ਗਲਤ ਕੰਮ, ਤਾਂ ਇੰਟਾਇਰ ਦਾ ਮਤਲਬ ਸਾਰਾ, ਜੋ ਇਹ ਸਾਰੀ ਜੋ ਰੋਂਗ ਡੂਇੰਗ ਹੋ ਰਹੀ ਹੁੰਦੀ ਹੈ ਯੁਧਿਸ਼ਟਰ ਦੇ ਨਾਲ, ਉਹ ਸਹਿਨ ਨਹੀਂ ਕਰ ਪਾਉਂਦਾ। ਬਿਕੋਜ਼ ਵਿਦੁਰ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਪਾਸੇ ਯੁਧਿਸ਼ਟਰ ਤੋਂ ਫਿੰਗਵਾਏ ਜਾ ਰਹੇ ਨੇ ਉਹ ਲੋਡਡ ਨੇ, ਟੈਂਪਰਡ ਨੇ, ਤੇ ਇਸ ਦੇ ਵਿੱਚ ਯੁਧਿਸ਼ਟਰ ਸਾਰਾ ਕੁਝ ਹਾਰੂਗਾ, ਤਾਂ ਉਸ ਨੂੰ ਇਹ ਪਤਾ ਹੁੰਦਾ, ਇਸੇ ਕਰਕੇ ਉਹ ਬੋਲਦਾ ਹੈ ਬਾਅਦ ਚ, ਹੀ ਵਾਕਡ ਟੂ ਦਾ ਬਲਾਈਂਡ ਕਿੰਗ ਧ੍ਰਿਤਰਾਸ਼ਟਰ। ਤਾਂ ਸਾਨੂੰ ਪਤਾ ਹੈ, ਆਪਾਂ ਚੈਪਟਰ ਚ ਪੜ੍ਹਿਆ ਕਿ ਉਹ ਅੰਨੇ ਰਾਜੇ ਧ੍ਰਿਤਰਾਸ਼ਟਰ ਕੋਲ ਜਾਂਦਾ ਹੈ। ਇੱਥੇ ਵਿਦੁਰ ਦੀ ਵੀ ਵੱਡੀ ਪਾਣੀ ਹੈ ਤੇ ਧ੍ਰਿਤਰਾਸ਼ਟਰ ਦੀ ਡੀ ਵੱਡੀ ਪਾਣੀ ਹੈ। ਤੇ ਧ੍ਰਿਤਰਾਸ਼ਟਰ ਸਾਨੂੰ ਪਤਾ ਹੈ ਇਹ ਦੁਰਯੋਧਨ ਦਾ ਫਾਦਰ ਵੀ ਹੈ ਤੇ ਉਸ ਸਮੇਂ ਹਸਤਿਨਾਪੁਰ ਦਾ ਰਾਜਾ ਵੀ ਹੈ। ਹੀ ਐਡਵਾਈਜ਼ਡ ਹਿਮ ਟੂ ਸਟਾਪ ਦਾ ਮੈਚ, ਤਾਂ ਉਹ ਉਸ ਨੂੰ ਸਲਾਹ ਦਿੰਦਾ ਹੈ, ਐਡਵਾਈਜ਼ ਕਰਦਾ ਹੈ ਕਿ ਤੂੰ ਮੈਚ ਨੂੰ ਖਤਮ ਕਰ ਦੇ, ਮੈਚ ਬੰਦ ਕਰਾ ਦੇ। ਬਟ ਦਾ ਕਿੰਗ ਡਿਡ ਨਾਟ ਲਿਸਨ ਟੂ ਹਿਮ, ਪਰੰਤੂ ਰਾਜਾ ਉਸ ਨੂੰ ਨਹੀਂ ਸੁਣਦਾ। ਡਿਡ ਨਾਟ ਲਿਸਨ ਟੂ ਹਿਮ, ਉਸ ਨੂੰ ਨਹੀਂ ਸੁਣਦਾ, ਉਸ ਦੀ ਗੱਲ ਨੂੰ ਸੁਣਦਾ ਹੀ ਨਹੀਂ, ਕੁਝ ਬੋਲਦਾ ਹੀ ਨਹੀਂ ਉਸ ਸਮੇਂ ਦਾ। ਪਹਿਲੀ ਵਾਰੀ ਜਦੋਂ ਵਿਦੁਰ ਉਹਦੇ ਕੋਲ ਜਾਂਦਾ ਹੈ, ਉਹਨੂੰ ਕਹਿੰਦਾ ਹੈ ਕਿ ਇਹ ਰਾਜੇ ਵੀ ਇਹ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਹੈ, ਤੂੰ ਆਪਣੇ ਪੁੱਤਰ ਮੋਹ ਦੇ ਵਿੱਚ ਆਪਣੇ ਕੁਲ ਦਾ ਨਾਸ਼ ਕਰ ਲੇਗਾ, ਤੈਨੂੰ ਪਤਾ ਹੈ ਕਿ ਤੇਰਾ ਪੁੱਤ ਗਲਤ ਪਾਸੇ ਜਾ ਰਿਹਾ ਹੈ। ਉਹ ਦੁਰਯੋਧਨ ਦਾ ਨਾਂ ਲੈ ਕੇ ਕਹਿੰਦਾ ਹੈ ਪੂਰੀ ਸਭਾ 'ਚ, ਲੇਕਿਨ ਕਿੰਗ ਕੁਝ ਨਹੀਂ ਬੋਲਦਾ ਤੇ ਚੁੱਪ ਕਰਕੇ ਖੜਾ ਰਹਿੰਦਾ, ਬੈਠਾ ਰਹਿੰਦਾ ਸੋਰੀ, ਅਤੇ ਉਸ ਦੀ ਥਾਂ ਤੇ ਕੌਣ ਬੋਲਦਾ ਹੈ? ਉਸ ਦਾ ਪੁੱਤ ਦੁਰਯੋਧਨ ਬੋਲਦਾ ਹੈ। He was feeling very happy over the victory of his son। ਇੱਥੇ ਹੀ ਕਿਹਨੂੰ ਕਿਹਾ ਗਿਆ? ਧ੍ਰਿਤਰਾਸ਼ਟਰ ਨੂੰ ਕਿਹਾ ਗਿਆ। ਕਹਿੰਦੇ ਉਹ ਬੜਾ ਖੁਸ਼ ਹੋ ਰਿਹਾ ਹੁੰਦਾ ਹੈ, feeling very happy, ਬਹੁਤ ਖੁਸ਼ ਹੈ, ਬੜਾ ਹੈਪੀ ਫੀਲ ਕਰ ਰਿਹਾ। ਕਿਉਂ? over the victory of his son, ਕਿਉਂਕਿ ਉਸਦਾ ਆਪਣਾ ਪੁੱਤਰ ਜਿੱਤ ਰਿਹਾ ਹੈ। ਹੁਣ ਉਹਦਾ ਪੁੱਤਰ ਕੌਣ ਹੈ? ਦੁਰਯੋਧਨ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ, ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਵਿਦੁਰ ਆਲਸੋ ਟਰਾਈ ਟੂ ਅਪੀਲ ਟੂ ਦੁਰਯੋਧਨ, ਤਾਂ ਵਿਦੁਰ ਦੁਰਯੋਧਨ ਨੂੰ ਵੀ ਅਪੀਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਦੁਰਯੋਧਨ ਨੂੰ ਵੀ ਉਹ ਬੋਲਦਾ ਹੈ, ਅਪੀਲ ਕਰਦਾ ਹੈ। ਬਟ ਦੁਰਯੋਧਨ ਕਾਲਡ ਵਿਦੁਰ ਅ ਸਰਪੈਂਟ ਐਂਡ ਟੋਲਡ ਹਿਮ ਟੂ ਲੀਵ ਦਾ ਹਾਲ। ਪਰ ਦੁਰਯੋਧਨ ਉਸ ਨੂੰ ਕੀ ਕਹਿੰਦਾ ਜੀ? ਸਰਪੈਂਟ ਕਹਿ ਕੇ ਬੁਲਾਉਂਦਾ। ਤਾਂ ਇਹ ਬਹੁਤ ਹੀ ਇੰਪੋਰਟੈਂਟ ਛੋਟਾ ਕੁਐਸਚਨ ਹੈ, ਮਲਟੀਪਲ ਟਾਈਪ ਆਫ ਕੁਐਸਚਨ ਚ ਆ ਜਾਂਦਾ ਹੈ ਕਿ ਦੁਰਯੋਧਨ ਨੇ ਵਿਦੁਰ ਨੂੰ ਕੀ ਕਹਿ ਕੇ ਬੁਲਾਇਆ ਸੀ? ਸਰਪੈਂਟ। ਸਰਪੈਂਟ ਦਾ ਮਤਲਬ ਕੀ ਹੁੰਦਾ ਜੀ? ਸੱਪ। ਹੁਣ ਤੁਸੀਂ ਦੇਖੋ ਕਿ ਵਿਦੁਰ ਉਹਨਾਂ ਤੋਂ ਬਹੁਤ ਵੱਡਾ ਹੈ। ਉਹਨੇ ਆਪਣੇ ਹੱਥਾਂ ਦੇ ਵਿੱਚ, ਜੇ ਤੁਸੀਂ ਮਹਾਭਾਰਤ ਦੇਖਿਆ ਹੋਵੇ, ਉਸਨੇ ਆਪਣੇ ਹੱਥਾਂ ਦੇ ਵਿੱਚ ਦੁਰਯੋਧਨ ਨੂੰ ਖਿਲਾਇਆ, ਬਾਕੀ ਸਾਰਿਆਂ ਨੂੰ ਵੀ ਖਿਲਾਇਆ, ਯੁਧਿਸ਼ਟਰ, ਭੀਮ, ਅਰਜੁਨ, ਦੁਰਯੋਧਨ ਉਹਦੇ ਭਰਾ। ਲੇਕਿਨ ਦੁਰਯੋਧਨ ਬਦਲੇ ਚ ਉਹਨੂੰ ਸੱਪ ਕਹਿ ਰਿਹਾ, ਤੇ ਇਹ ਕਹਿ ਰਿਹਾ ਕਿ ਅਸੀਂ ਤੈਨੂੰ ਪਾਲਿਆ, ਅਸੀਂ ਤੈਨੂੰ ਨਰਿਸ਼ ਕੀਤਾ, ਅਸੀਂ ਤੈਨੂੰ ਹਾਊਸ ਦਿੱਤਾ। ਦੇਖੋ ਕਮਾਲ ਦੀ ਗੱਲ ਹੈ ਵੀ ਅਸੀਂ ਤੈਨੂੰ ਆਪਣੇ ਘਰ 'ਚ ਰੱਖਿਆ, ਤੈਨੂੰ ਅਸੀਂ ਪਾਲਿਆ, ਤੇ ਤੂੰ ਸਾਨੂੰ ਹੀ ਕੱਟ ਰਿਹਾ ਸੱਪ ਵਾਂਗੂ। ਹਾਲਾਂਕਿ ਪਾਲਿਆ ਵਿਦੁਰ ਨੇ ਹੈ ਦੁਰਯੋਧਨ ਨੂੰ ਬਚਪਨ 'ਚ। ਤਾਂ ਜਦੋਂ ਅਕਲ ਗਈ ਹੁੰਦੀ ਹੈ ਨਾ ਬੰਦੇ ਦੀ, ਫਿਰ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਬੋਲ ਰਿਹਾ ਤੇ ਕਿਹਨੂੰ ਬੋਲ ਰਿਹਾ।
ਤਾਂ ਦੁਰਯੋਧਨ ਵਿਦੁਰ ਨੂੰ ਸਰਪੈਂਟ ਕਹਿ ਕੇ ਬੁਲਾਉਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਲੀਵ ਦਾ ਹਾਲ, ਕਿ ਤੂੰ ਹੀਲ ਚਲਾ ਜਾ, ਸੌਰੀ, ਕਿ ਤੂੰ ਹਾਲ ਵਿੱਚੋਂ ਚਲਾ ਜਾ, ਗੋ ਅਵੇ, ਉਹ ਸਾਫ਼ ਕਹਿੰਦਾ ਉਸ ਨੂੰ। ਦਾ ਗੈਂਬਲਿੰਗ ਮੈਚ ਸਟਾਰਟਡ ਅਗੇਨ। ਹੁਣ ਉਸ ਤੋਂ ਉਹਦੇ ਜਾਣ ਤੋਂ ਬਾਅਦ ਗੈਂਬਲਿੰਗ ਮੈਚ ਦੁਬਾਰਾ ਸਟਾਰਟ ਹੋ ਜਾਂਦਾ ਹੈ। ਸਟਾਰਟਡ ਅਗੇਨ, ਅਗੇਨ ਦਾ ਮਤਲਬ ਦੁਬਾਰਾ। ਨਾਓ ਯੁਧਿਸ਼ਟਰ ਲੋਸਟ ਹਿਜ਼ ਕਿੰਗਡਮ। ਕਿੰਗਡਮ ਦਾ ਮਤਲਬ ਹੁੰਦਾ ਹੈ ਰਾਜ। ਤੁਹਾਨੂੰ ਪਤਾ ਹੈ ਕਿ ਉਸ ਸਮੇਂ ਯੁਧਿਸ਼ਟਰ ਦਾ ਇੱਕ ਛੋਟਾ ਜਿਹਾ ਰਾਜ ਹੁੰਦਾ ਇੰਦਰਪ੍ਰਸਥ ਦਾ, ਤਾਂ ਉਹ ਦਾਅ ਤੇ ਲਾ ਦਿੰਦਾ, ਬਿਕੋਜ਼ ਬਾਕੀ ਤਾਂ ਉਹਦੇ ਕੋਲ ਕੁਝ ਬਚਿਆ ਨਹੀਂ ਹੁੰਦਾ, ਤਾਂ ਉਹ ਆਪਣਾ ਪੂਰਾ ਰਾਜ ਦਾਅ ਤੇ ਲਾ ਦਿੰਦਾ। ਤੇ ਉਹ ਇਹ ਕਹਿ ਕੇ ਦਾਅ ਤੇ ਲਾਉਂਦਾ ਹੈ ਕਿ ਜੇ ਮੈਂ ਜਿੱਤ ਗਿਆ ਇਹ ਵਾਰੀ ਬਾਜੀ, ਤਾਂ ਮੈਨੂੰ ਜਿੰਨੀਆਂ ਮੈਂ ਚੀਜ਼ਾਂ ਪਹਿਲਾਂ ਹਾਰੀਆਂ ਨੇ ਸਾਰੀਆਂ ਮੈਨੂੰ ਵਾਪਸ ਮਿਲਣੀਆਂ ਚਾਹੀਦੀਆਂ ਨੇ। ਤੇ ਸ਼ਕੁਨੀ ਮੰਨ ਜਾਂਦਾ ਕਿ ਠੀਕ ਹੈ, ਪਰ ਸ਼ਕੁਨੀ ਨੂੰ ਪਤਾ ਹੁੰਦਾ ਇਹਨੇ ਕਿਹੜਾ ਜਿੱਤਣਾ, ਤੇ ਉਹ ਵੀ ਹਾਰ ਜਾਂਦਾ ਹੈ। He did not want to leave the game in humiliation of defeat। ਹੁਣ ਇੱਥੇ ਨਾ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਬਣਦਾ ਹੈ, ਜਿਹੜਾ ਸ਼ੋਰਟ ਆਨਸਰ ਟਾਈਪ ਦੇ ਵਿੱਚ ਵੀ ਆਉਂਦਾ ਹੈ, ਕਿ ਯੁਧਿਸ਼ਟਰ ਨੂੰ ਇੱਕ ਵਾਰੀ ਸ਼ਕੁਨੀ ਵੀ ਕਹਿੰਦਾ, ਦੁਰਯੋਧਨ ਵੀ ਕਹਿੰਦਾ ਵੀ ਤੂੰ ਹਾਰ ਤਾਂ ਗਿਆ, ਹੁਣ ਤੂੰ ਜਾ। ਜਦੋਂ ਵਿਦੁਰ ਜਾਂਦਾ ਹੈ, ਯਾਦ ਕਰੋ ਜਿਸ ਟਾਈਮ ਵਿਦੁਰ ਹਾਲ ਛੱਡ ਕੇ ਜਾਂਦਾ ਹੈ, ਤਾਂ ਦੁਰਯੋਧਨ ਕਹਿੰਦਾ ਹੈ ਯੁਧਿਸ਼ਟਰ ਨੂੰ ਕਿ ਕੀ ਤੂੰ ਹੁਣ ਵੀ ਚੀਟਸ ਨਾਲ ਤੇ ਜੈਕਲਸ ਨਾਲ ਖੇਡਣਾ ਚਾਹੇਗਾ। ਹੁਣ ਚੀਟਸ ਤੇ ਜੈਕਲਸ ਕਿਹਨੇ ਕਿਹਾ ਸੀ? ਵਿਦੁਰ ਨੇ ਕਿਹਾ ਸੀ ਵੀ ਤੂੰ ਵੀ ਆਪਣੇ ਫਰੈਂਡ ਦੇ ਨਾਲ ਉਹ ਚਲਾ ਜਾ, ਉਹ ਵੀ ਚਲਾ ਗਿਆ, ਹਾਲ ਤੋਂ ਬਾਹਰ ਤੂੰ ਵੀ ਜਾ। ਲੇਕਿਨ ਯੁਧਿਸ਼ਟਰ ਨਹੀਂ ਜਾਂਦਾ। ਇੱਕ ਵਾਰੀ ਬਾਅਦ ਚ ਸ਼ਕੁਨੀ ਵੀ ਕਹਿੰਦਾ ਉਹਨੂੰ ਕਿ ਤੂੰ ਹੁਣ ਸਾਰਾ ਕੁਝ ਤਾਂ ਹਾਰ ਗਿਆ, ਹੁਣ ਤੂੰ ਬੰਦ ਕਰ ਖੇਡਣਾ ਤੇ ਜਾ। ਲੇਕਿਨ ਯੁਧਿਸ਼ਟਰ ਜਾਂਦਾ ਨਹੀਂ। ਕਿਉਂ ਨਹੀਂ ਜਾਂਦਾ ਬਈ? ਉਹਦਾ ਰੀਜ਼ਨ ਹੈ, ਉਹਦਾ ਰੀਜ਼ਨ ਇਹ ਹੈ ਜਿਹੜੀ ਲਾਈਨ 'ਚ ਲਿਖਿਆ ਹੋਇਆ ਕਿ ਉਹ ਗੇਮ ਛੱਡ ਕੇ ਨਹੀਂ ਜਾਣਾ ਚਾਹੁੰਦਾ। ਹੀ ਡਿਡ ਨੋਟ ਵਾਂਟ ਟੂ ਲੀਵ ਦਾ ਗੇਮ। ਕਾਦੇ ਕਰਕੇ? ਇਨ ਹਿਊਮਿਲੇਸ਼ਨ। ਹਿਊਮਿਲੇਸ਼ਨ ਸ਼ਬਦ ਕੱਲ ਚੈਪਟਰ 'ਚ ਵੀ ਆਇਆ ਸੀ। ਇਹਦਾ ਮਤਲਬ ਹੁੰਦਾ ਹੈ ਇਨਸਲਟ ਜਾਂ ਬੇਇੱਜ਼ਤੀ। ਇਹਨੂੰ ਆਪਾਂ ਬੇਇੱਜ਼ਤੀ ਕਹਿੰਦੇ ਹਾਂ ਜੀ। ਕਿ ਉਹ ਹਾਰ ਦੀ ਬੇਇੱਜ਼ਤੀ ਕਰਕੇ, ਇਨ ਹਿਊਮਿਲੇਸ਼ਨ ਆਫ ਡਿਫੀਟ। ਡਿਫੀਟ ਦਾ ਮਤਲਬ ਹੁੰਦਾ ਹੈ ਹਾਰ, ਕਿ ਉਹ ਹਾਰ ਦੀ ਬੇਇੱਜ਼ਤੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ। ਉਹ ਜਿੱਤ ਕੇ ਜਾਣਾ ਚਾਹੁੰਦਾ ਇੱਕ ਅੱਧੀ ਬਾਜ਼ੀ। ਇਹ ਨਹੀਂ ਕਹਣਾ ਚਾਹੁੰਦਾ ਕਿ ਮੈਂ ਸਾਰੀਆਂ ਬਾਜ਼ੀਆਂ ਹਾਰ ਆਇਆ। ਉਹ ਸਿਰਫ ਇੱਕ ਬਾਜ਼ੀ ਦੇ ਜਿੱਤਣ ਦੇ ਚੱਕਰ 'ਚ ਬੈਠਾ ਰਹਿੰਦਾ। ਇਹ ਹੁੰਦਾ ਬੇਟਾ ਇਹ ਜੂਏ 'ਚ। ਜਦੋਂ ਤੁਸੀਂ ਕੋਈ ਕਿਸੇ ਬੰਦੇ ਨੂੰ ਜੂਆ ਖੇਡਦੇ ਦੇਖਦੇ ਹੋ ਨਾ, ਜਦੋਂ ਹਾਰਨ ਲੱਗਦਾ ਹੈ, 10,000 ਹਾਰ ਗਿਆ, 20,000, ਲੱਖ, 2 ਲੱਖ, ਉਹਨੂੰ ਐਂ ਲੱਗਦਾ ਰਹਿੰਦਾ ਲੈ ਕਿ ਮੈਂ ਹੁਣ ਜਿੱਤੂ, ਹੁਣ ਜਿੱਤੂ, ਹੁਣ ਜਿੱਤੂ। ਉਹ ਉਸੇ ਚੱਕਰ ਦੇ ਵਿੱਚ, ਇੱਕ ਬਾਜ਼ੀ ਜਿੱਤਣ ਦੇ ਚੱਕਰ 'ਚ ਆਪਣਾ ਸਾਰਾ ਕੁਝ ਲਟਾ ਬੈਠਦਾ। ਤੇ ਸੇਮ ਆਹੀ ਕੰਮ ਯੁਧਿਸ਼ਟਰ ਨਾਲ ਹੋਇਆ ਸੀ, ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਹਾਲ ਦੇ ਵਿੱਚੋਂ ਇੱਕ ਹਾਰੇ ਹੋਏ ਮਤਲਬ ਕਿ ਪਲੇਅਰ ਵਾਂਗੂ ਜਾਵਾਂ, ਮੈਂ ਕੋਈ ਨਾ ਕੋਈ ਬਾਜ਼ੀ ਜਿੱਤ ਕੇ ਜਾਵਾਂ। ਲੇਕਿਨ ਉਹ ਜਿੱਤ ਹੀ ਨਹੀਂ ਪਾਉਂਦਾ। ਉਹ ਜਿਹੜੀ ਬਾਜ਼ੀ ਉਹਦੇ ਹੱਥ 'ਚ ਕਦੇ ਆਂਦੀ ਓ ਨਹੀਂ। ਇਸ ਕਰਕੇ ਸੋ ਹੀ ਵੈਂਟ ਔਨ ਪਲੇਇੰਗ ਵਿਦ ਦਿਸ ਹੋਪ that he would recover everything he had lost। ਇਸ ਕਰਕੇ ਉਹ ਖੇਡਦਾ ਰਹਿੰਦਾ ਹੈ। ਇੱਥੇ went on ਦੇਖੋ, go on ਦਾ ਮਤਲਬ ਹੁੰਦਾ ਹੈ ਕਿਸੇ ਕੰਮ ਨੂੰ ਕਰਦੇ ਰਹਿਣਾ। ਇਹ ਫਰੇਜ਼ਲ ਵਰਬ ਹੈ, ਇਕੱਠੀ ਆਉਂਦੀ ਹੈ। go on ਦਾ ਮਤਲਬ ਹੁੰਦਾ ਹੈ ਕਿਸੇ ਕੰਮ ਨੂੰ ਕਰਦੇ ਰਹਿਣਾ। ਇਸ ਕਰਕੇ ਉਹ ਖੇਡਣਾ ਜਾਰੀ ਰੱਖਦਾ ਹੈ। ਗੇਮ went on playing ਦਾ ਮਤਲਬ ਖੇਡਣਾ ਜਾਰੀ ਰੱਖਦਾ ਹੈ, ਇਸ ਹੋਪ ਦੇ ਨਾਲ, ਇਸ ਆਸ ਦੇ ਨਾਲ ਕਿ ਉਹ ਸਾਰਾ ਕੁਝ ਦੁਬਾਰਾ ਪਾ ਲੇਗਾ। ਰਿਕਵਰ ਮਤਲਬ ਦੁਬਾਰਾ ਪ੍ਰਾਪਤ ਕਰ ਲੇਗਾ। ਹੀ ਹੈਡ ਲੋਸਟ, ਜੋ ਕਿ ਉਸਨੇ ਹਾਰਿਆ ਸੀ। ਉਹ ਸਾਰੀਆਂ ਚੀਜ਼ਾਂ ਜੋ ਹੁਣ ਆਪਾਂ ਦੇਖੀਆਂ ਸੀਗੀਆਂ, ਉਸ ਦੀ ਕਿੰਗਡਮ, ਉਸ ਦੇ ਰੱਥ, ਉਸ ਦੀਆਂ ਡਾਂਸਿੰਗ ਗਰਲਸ, ਉਸ ਦੇ ਮੇਲ ਸਰਵੈਂਟਸ, ਉਸ ਦੇ ਵਾਰ ਐਲੀਫੈਂਟਸ, ਉਸ ਦੀ ਆਰਮੀ। ਉਹਨੂੰ ਐ ਲੱਗਦਾ ਸੀ ਕਿ ਮੈਂ ਹੁਣ ਜਿੱਤ ਜੂੰਗਾ, ਹੁਣ ਜਿੱਤ ਜੂੰਗਾ। ਲੇਕਿਨ ਉਹ ਮੌਕਾ ਉਸ ਨੂੰ ਮਿਲਦਾ ਹੀ ਨਹੀਂ। ਜਦੋਂ ਵਿਦੁਰ ਨੂੰ ਪਤਾ ਲੱਗਦਾ ਹੈ ਕਿ ਉਸਨੇ ਆਪਣੀ ਕਿੰਗਡਮ ਵੀ ਦਾਅ ਤੇ ਲਾਤੀ ਤੇ ਉਹ ਹਾਰ ਗਿਆ, once again ਵਿਦੁਰ came to the hall। ਇੱਕ ਵਾਰੀ ਫੇਰ ਦੇਖੋ ਵਿਦੁਰ ਹਾਲ ਚ ਆਉਂਦਾ ਹੈ। ਹਾਲਾਂਕਿ ਪਹਿਲੀ ਵਾਰੀ ਉਸ ਦੀ ਬੇਇੱਜ਼ਤੀ ਕਿੰਨੀ ਹੋਈ ਸੀ। ਦੁਰਯੋਧਨ ਨੇ ਉਸ ਨੂੰ ਸਰਪੈਂਟ ਕਿਹਾ, ਉਸ ਦਾ ਬਾਪੂ ਕੁਝ ਨਹੀਂ ਬੋਲਿਆ, ਤੇ ਉਹ ਜਾਣ ਲੱਗੇ ਕਹਿ ਕੇ ਗਿਆ ਸੀ ਕਿ ਹੇ ਰਾਜੇ, ਹੇ ਮੇਰੇ ਭਰਾ, ਤੇਰੇ ਸਾਹਮਣੇ ਤੇਰੇ ਪੁੱਤਰ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਤੂੰ ਕੁਝ ਨਹੀਂ ਬੋਲਿਆ, ਤੂੰ ਉਸਨੂੰ ਡਾਂਟਿਆ ਤੱਕ ਨਹੀਂ, ਪਰ ਮੈਂ ਫੇਰ ਵੀ ਤੈਨੂੰ ਤੇ ਤੇਰੇ ਪੁੱਤਰ ਨੂੰ ਅਸੀਸ ਦਿੰਦਾ ਕਿ ਤੁਸੀਂ ਜਿਉਂਦੇ ਵਸਦੇ ਰਹੋ। ਇਹ ਕਹਿ ਕੇ ਉਹ ਹਾਲ ਤੋਂ ਚਲਾ ਜਾਂਦਾ ਹੈ। ਲੇਕਿਨ ਫਿਰ ਉਹਨੂੰ ਜਦੋਂ ਪਤਾ ਚੱਲਦਾ ਹੈ ਕਿ ਕਿੰਗਡਮ ਵੀ ਹਾਰ ਗਿਆ ਯੁਧਿਸ਼ਟਰ, ਤਾਂ ਉਹ ਫੇਰ ਵਾਪਸ ਆਉਂਦਾ ਹੈ ਕਿ ਹੁਣ ਵੀ ਮੈਂ ਇਹਨੂੰ ਰੁਕਵਾ ਦਾਂ, ਕਿਉਂਕਿ ਕੀ ਪਤਾ ਇਹ ਕਿੱਥੇ ਤੱਕ ਜਾਊਗੀ ਗੱਲ। ਤਾਂ ਵਿਦੁਰ ਕੇਮ ਟੂ ਦਾ ਹਾਲ। ਵਿਦੁਰ ਫੇਰ ਹਾਲ ਦੇ ਵਿੱਚ ਆਉਂਦਾ ਹੈ ਐਂਡ ਰਿਕੁਐਸਟਡ ਦਾ ਕਿੰਗ, ਅਤੇ ਰਾਜੇ ਨੂੰ ਪ੍ਰਾਰਥਨਾ ਕਰਦਾ ਹੈ ਟੂ ਸਟਾਪ ਦਾ ਮੈਚ, ਕਿ ਇਹ ਮੈਚ ਨੂੰ ਤੂੰ ਬੰਦ ਕਰ ਦੇ। ਹੁਣ ਇਸ ਵਾਰੀ ਜਵਾਬ ਕੌਣ ਦਿੰਦਾ ਹੈ? ਵੀ ਰਾਜਾ। ਬਟ ਦਾ ਕਿੰਗ ਸੈਡ। ਪਹਿਲੀ ਵਾਰੀ ਰਾਜਾ ਬੋਲਦਾ ਹੀ ਨਹੀਂ। ਪਹਿਲੀ ਵਾਰੀ ਜਵਾਬ ਕੌਣ ਦਿੰਦਾ? ਦੁਰਯੋਧਨ। ਉਹ ਜਦੋਂ ਉਹਨੂੰ ਸਰਪੈਂਟ ਕਹਿੰਦਾ ਤੇ ਕਹਿੰਦਾ ਤੂੰ ਹਾਲ ਚੋਂ ਨਿਕਲ ਜਾ ਬਾਹਰ। ਹੁਣ ਇਸ ਵਾਰੀ ਦੁਰਯੋਧਨ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਦੁਰਯੋਧਨ ਨੇ ਉਹ ਗੱਲਾਂ ਕਹਿ ਕੇ ਰਾਜੇ ਨੂੰ ਚੱਕਤਾ, ਤੇ ਰਾਜਾ ਤਾਂ ਖੁਸ਼ ਹੈ ਕਿ ਮੇਰਾ ਤਾਂ ਅੱਜ ਬਹੁਤ ਵਧੀਆ ਦਿਨ ਹੈ, ਮੇਰਾ ਪੁੱਤ ਅੱਜ ਜਿੱਤ ਰਿਹਾ ਹੈ।
इस करके राजा कहता है डू नॉट इंटरफेयर। हुण ये जिहड़े वर्ड्स हैं बेटा तुसीं एवें ही लिखने हैं, क्योंकि ये वर्ड्स धृतराष्ट्र ऐं बोलता है कि डू नॉट इंटरफेयर, तू दखल अंदाजी ना कर। इंटरफेयर का मतलब की हुंदा जी, दखल अंदाजी, कि तू दखल अंदाजी ना कर। ਤਾਂ ਇਹਨੂੰ ਆਪਾਂ ਕੋਟਸ ਦੇ ਵਿੱਚ ਪਾਣਾ ਹੈ। ਜਦੋਂ ਵੀ ਆਪਾਂ ਕਿਸੇ ਦੇ ਕਹੇ ਹੋਏ ਵਰਡਸ ਆਪਾਂ ਰੈਫਰ ਕਰਦੇ ਹਾਂ ਆਪਣੇ ਆਨਸਰ ਦੇ ਵਿੱਚ, ਤਾਂ ਆਪਾਂ ਉਹਨੂੰ ਡਬਲ ਕੋਟ ਚ ਪਾਣੇ ਆ, ਧਿਆਨ ਰੱਖਿਓ। ਤਾਂ ਡੂ ਨਾਟ ਇੰਟਰਫੇਅਰ ਵਾਲੇ ਸ਼ਬਦ ਕਿਹਨੇ ਕਹੇ ਸੀ ਜੀ? ਧ੍ਰਿਤਰਾਸ਼ਟਰ ਨੇ ਕਹੇ ਸੀ। ਤੇ ਇਹ ਇੱਕ ਸ਼ਾਰਟ ਆਨਸਰ ਟਾਈਪ ਕੁਐਸਚਨ ਵੀ ਹੈ ਤੇ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਕਈ ਵਾਰੀ ਆਇਆ ਕਿ ਧ੍ਰਿਤਰਾਸ਼ਟਰ ਨੇ ਵਿਦੁਰ ਨੂੰ ਕੀ ਸ਼ਬਦ ਕਹੇ ਸੀ। ਤੁਸੀਂ ਜਸਟ ਆਹ ਡੂ ਨਾਟ ਇੰਟਰਫੇਅਰ ਲਿਖ ਕੇ ਆ ਜਾਓ, ਤੁਹਾਡੇ 3 ਨੰਬਰ ਪੱਕੇ ਹੈ। ਸ਼ਕੁਨੀ ਟੌਂਟਡ ਯੁਧਿਸ਼ਟਰ by saying that he would not dare to stake his own real brothers। ਹੁਣ ਸ਼ਕੁਨੀ ਉਸ ਨੂੰ ਫੇਰ ਚੱਕਦਾ ਹੈ। ਸ਼ਕੁਨੀ ਯੁਧਿਸ਼ਟਰ ਨੂੰ ਟੌਂਟ ਕਰਦਾ ਹੈ। ਟੌਂਟ ਦਾ ਮਤਲਬ ਮਹਿਣਾ ਮਾਰਨਾ ਹੈ ਨਾ, ਲਾ ਕੇ ਕਹਿਣਾ, ਮਹਿਣਾ ਮਾਰਨਾ। ਤਾਂ ਉਹ ਮਹਿਣਾ ਮਾਰਦਾ ਯੁਧਿਸ਼ਟਰ ਨੂੰ ਇਹ ਕਹਿ ਕੇ ਬਾय ਸੇਇੰਗ ਕਿ ਉਹ ਆਪਣੇ ਰੀਅਲ ਬ੍ਰਦਰਸ, ਅਸਲ ਭਰਾਵਾਂ ਨੂੰ ਦਾਅ ਤੇ ਨਹੀਂ ਲਾਊਗਾ। ਯਾਦ ਕਰੋ ਪਹਿਲੀ ਵਾਰੀ ਉਹ ਨਕੁਲ ਨੂੰ ਸਹਿਦੇਵ ਨੂੰ ਨਕੁਲ ਨੂੰ ਲਾਂਦਾ, ਜਿਹੜੇ ਉਸਦੇ ਮਤਰੇਏ ਭਰਾ ਨੇ। ਹਾਲਾਂਕਿ ਯੁਧਿਸ਼ਟਰ ਉਹਨਾਂ ਨੂੰ ਕਦੇ ਮਤਰੇਏ ਨਹੀਂ ਸੀ ਸਮਝਦਾ। ਜੇ ਤੁਸੀਂ ਮਹਾਭਾਰਤ ਪੜ੍ਹੋ ਤਾਂ ਮਾਦਰੀ ਦੇ ਦੋਨੇ ਬੇਟੇ ਹੁੰਦੇ, ਆਪ ਤਾਂ ਕੁੰਤੀ ਦੇ ਹੁੰਦੇ ਨਾ, ਤਿੰਨੇ ਜਣੇ, ਯੁਧਿਸ਼ਟਰ, ਭੀਮ ਤੇ ਅਰਜੁਨ। ਤਾਂ ਉਹ ਪਹਿਲਾਂ ਨਕੁਲ ਤੇ ਸਹਿਦੇਵ ਨੂੰ ਦਾਅ ਤੇ ਲਾਂਦਾ, ਹਾਰ ਜਾਂਦਾ। ਫਿਰ ਯੁਧਿਸ਼ਟਰ ਨੂੰ ਟੌਂਟ ਕਰਦਾ ਸ਼ਕੁਨੀ ਵੀ ਹੁਣ ਤੈਨੂੰ ਕੀ ਹੋ ਗਿਆ, ਮਤਰੇਏ ਭਰਾ ਤਾਂ ਤੈਨੇ ਦੌਲ ਤੇ ਲਾਤੇ, ਆਪਣੇ ਬ੍ਰਦਰ ਤੂੰ ਸਾਂਭੀ ਬੈਠਾ, ਕਿਉਂ ਨਹੀਂ ਲਾਂਦਾ ਉਹਨਾਂ ਨੂੰ ਦੌ ਤੇ। ਤਾਂ ਇਹੀ ਗੱਲ ਇੱਥੇ ਹੈ ਕਿ ਸ਼ਕੁਨੀ ਯੁਧਿਸ਼ਟਰ ਨੂੰ ਟੌਂਟ ਕਰਦਾ ਹੈ ਇਹ ਕਹਿ ਕੇ ਕਿ ਉਹ ਡੇਅਰ ਨਹੀਂ ਕਰਦਾ, ਮਤਲਬ ਕਿ ਹਿੰਮਤ ਨਹੀਂ ਕਰਦਾ। ਡੇਅਰ ਦਾ ਮਤਲਬ ਹੁੰਦਾ ਬੜਾ ਮਾਡਲ ਵਰਬ ਹੁੰਦੀ ਹੈ ਹਿੰਮਤ ਕਰਨਾ, ਕਿ ਉਹ ਹਿੰਮਤ ਨਹੀਂ ਕਰਦਾ ਕਿ ਆਪਣੇ ਰੀਅਲ ਬ੍ਰਦਰਸ ਨੂੰ ਸਟੇਕ ਤੇ ਲਾਵੇ, ਦੌ ਤੇ ਲਾਵੇ। ਐਜ਼ ਅ ਰਿਜ਼ਲਟ, ਨਤੀਜੇ ਵਜੋਂ ਯੁਧਿਸ਼ਟਰ ਸਟੇਕਡ ਆਲ ਹਿਸ ਬ੍ਰਦਰਸ ਐਂਡ ਲੋਸਟ them all। ਯੁਧਿਸ਼ਟਰ ਸਾਰੇ ਬ੍ਰਦਰ ਆਪਣੇ ਦੌ ਤੇ ਲਾਂਦਾ ਇੱਕ ਇੱਕ ਕਰਕੇ ਅਤੇ ਸਾਰਿਆਂ ਨੂੰ ਹਾਰ ਜਾਂਦਾ ਹੈ। ਸਟੇਕ, ਦੌ ਤੇ ਲਾਣਾ, ਬਾਰ-ਬਾਰ ਵਰਡ ਆ ਰਿਹਾ ਜੀ, ਦੌ ਤੇ ਲਾਣ ਨੂੰ ਕਹਿੰਦੇ ਨੇ ਜੀ ਇਹ ਸਟੇਕ ਨੂੰ। ਸ਼ਕੁਨੀ ਆਲਸੋ ਪ੍ਰੋਵੋਕਡ ਹਿਮ ਟੂ ਸਟੇਕ ਹਿਸ ਕੁਈਨ ਦ੍ਰੋਪਦੀ। ਸ਼ਕੁਨੀ ਫਿਰ ਉਸ ਨੂੰ ਪ੍ਰਵੋਕ ਕਰਦਾ ਹੈ। ਪ੍ਰਵੋਕ ਕਰਨ ਦਾ ਮਤਲਬ ਹੁੰਦਾ ਜੀ, ਪ੍ਰਵੋਕ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਗੱਲਾਂ ਕਹਿ ਕੇ ਉਤੇਜਨਾ ਚ ਲਿਆਉਣਾ, ਗੁੱਸੇ ਚ ਲਿਆਉਣਾ, ਪ੍ਰਵੋਕ ਕਰਨਾ। ਉਸ ਨੂੰ ਪ੍ਰਵੋਕ ਕਰਕੇ ਕਹਿੰਦਾ ਹੈ ਕਿ ਤੂੰ ਆਪਣੀ ਕੁਈਨ ਦ੍ਰੋਪਦੀ ਨੂੰ ਸਟੇਕ ਤੇ ਲਾ। ਹੁਣ ਇੱਥੇ ਇਹ ਗੱਲ ਬੇਟਾ ਦੇਖਣ ਵਾਲੀ ਹੈ ਇਹ ਮਹਾਭਾਰਤ ਚ ਕਿ ਦ੍ਰੋਪਦੀ ਨੂੰ ਦਾਅ ਤੇ ਲਾਉਣ ਤੋਂ ਪਹਿਲਾਂ ਯੁਧਿਸ਼ਟਰ ਆਪਣੇ ਆਪ ਨੂੰ ਹਾਰ ਚੁੱਕਿਆ ਸੀ। ਯਾਦ ਕਰੋ ਚੈਪਟਰ ਚ ਸਭ ਤੋਂ ਪਹਿਲਾਂ ਨਕੁਲ ਸਹਿਦੇਵ ਨੂੰ ਦੌ ਤੇ ਲਾਂਦਾ ਹੈ, ਹਾਰ ਜਾਂਦਾ ਹੈ। ਫਿਰ ਉਹ ਜਿਹੜਾ ਅਰਜੁਨ ਹੈ ਉਸ ਨੂੰ ਦੌ ਤੇ ਲਾਂਦਾ ਹੈ, ਹਾਰ ਜਾਂਦਾ ਹੈ। ਫਿਰ ਉਹ ਭੀਮ ਨੂੰ ਲਾਂਦਾ, ਹਾਰ ਜਾਂਦਾ ਹੈ। ਫਿਰ ਆਪਣੇ ਆਪ ਨੂੰ ਦੌ ਤੇ ਲਾਂਦਾ, ਹਾਰ ਜਾਂਦਾ ਹੈ। ਆਪਣੇ ਆਪ ਨੂੰ ਹਾਰਨ ਤੋਂ ਬਾਅਦ ਉਹ ਦ੍ਰੋਪਦੀ ਨੂੰ ਦੌ ਤੇ ਲਾਂਦਾ। ਤਾਂ ਇਹ ਕੁਐਸਚਨ ਉੱਠਦਾ ਹੈ, ਕਈ ਲੋਕ ਇਹ ਕੁਐਸਚਨ ਉਠਾਉਂਦੇ ਨੇ, ਈਵਨ ਕਿ ਦ੍ਰੋਪਦੀ ਵੀ ਉਠਾਉਂਦੀ ਹੈ। ਜੇ ਤੁਸੀਂ ਮਹਾਭਾਰਤ ਦੇ ਵਿੱਚ ਇਹ ਦੇਖੋ ਕਿ ਉਹਦਾ ਕੀ ਹੱਕ ਬਣਦਾ, ਜਿਹੜਾ ਬੰਦਾ ਆਪਣੇ ਆਪ ਨੂੰ ਹੀ ਹਾਰ ਚੁੱਕਿਆ, ਆਪਣੀ ਵਾਈਫ ਨੂੰ ਦੌ ਤੇ ਕਿਵੇਂ ਲਾ ਸਕਦਾ, ਲੇਕਿਨ ਉਹ ਉਸ ਲਾਂਦਾ ਦੌ ਤੇ। ਦੇਖੋ ਤਾਂ ਸ਼ਕੁਨੀ ਉਸ ਨੂੰ ਪ੍ਰਵੋਕ ਕਰਦਾ ਹੈ ਤੇ ਕਿ ਉਹ ਆਪਣੀ ਰਾਣੀ ਦ੍ਰੋਪਦੀ ਨੂੰ ਦੌ ਤੇ ਲਾਵੇ। ਯੁਧਿਸ਼ਟਰ ਡਿਡ ਦਾ ਸੇਮ, ਯੁਧਿਸ਼ਟਰ ਸੇਮ ਐਵੇਂ ਕਰਦਾ ਹੈ। ਡਿਡ ਦਾ ਸੇਮ, ਡਿਡ ਦਾ ਮਤਲਬ ਕਰਦਾ ਹੈ ਡੂ ਡਿਡ ਡਨ, ਦਾ ਸੇਮ ਮਤਲਬ ਇਹੀ ਕਰਦਾ ਹੈ ਜੋ ਸ਼ਕੁਨੀ ਕਹਿੰਦਾ ਹੈ, ਐਂਡ ਲੋਸਟ ਹਰ ਟੂ, ਅਤੇ ਉਸ ਨੂੰ ਵੀ ਗਵਾ ਦਿੰਦਾ ਹੈ। ਤਾਂ ਫਿਰ ਹੁੰਦਾ ਕੀ ਹੈ ਜੀ, ਦ੍ਰੋਪਦੀ ਆਲਸੋ ਬਿਕੇਮ ਦਾ ਸਲੇਵ ਆਫ ਦੁਰਯੋਧਨ। ਤਾਂ ਦ੍ਰੋਪਦੀ ਵੀ ਦੁਰਯੋਧਨ ਦੀ ਦਾਸੀ ਬਣ ਜਾਂਦੀ ਹੈ। ਬਿਕੇਮ, ਦੇਖੋ ਇੱਕ ਰਾਣੀ ਤੇ ਫਿਰ ਉਸ ਤੋਂ ਬਾਅਦ ਦਾਸੀ ਬਣਨਾ ਕਿੰਨੀ ਵੱਡੀ ਗੱਲ ਹੈ। ਤਾਂ ਇੱਥੇ ਸਾਡਾ ਚੈਪਟਰ ਖਤਮ ਹੋ ਜਾਂਦਾ ਹੈ। ਤਾਂ ਹੁਣ ਅਸੀਂ ਕੁਝ ਲਾਈਨਸ ਬੇਟਾ ਜ਼ਰੂਰ ਲਿਖਾਂਗੇ। ਜੇਕਰ ਸਾਡਾ ਇਹ ਚੈਪਟਰ ਦਾ ਥੀਮ ਆਂਦਾ ਹੈ ਜਾਂ ਥੀਮ ਨਾ ਵੀ ਆਂਦਾ, ਤੁਹਾਨੂੰ ਕੋਈ ਸਮਰੀ ਆਂਦੀ ਹੈ ਜਾਂ ਇਹ ਵਾਲਾ ਕੁਐਸਚਨ ਆਂਦਾ, ਤੁਸੀਂ ਇਹ ਲਾਈਨ ਜ਼ਰੂਰ ਲਿਖ ਕੇ ਆਣੀ ਹੈ। ਤਾਂ ਉਹ ਕੀ ਨੇ ਜੀ ਕਿ ਗੈਂਬਲਿੰਗ ਇਜ਼ ਅ ਗ੍ਰੇਟ ਸੋਸ਼ਲ ਇਵਲ, ਕਿ ਗੈਂਬਲਿੰਗ ਜਿਹੜੀ ਜੂਆ ਖੇਡਣਾ ਹੈ ਇੱਕ ਬਹੁਤ ਵੱਡੀ ਸਮਾਜਿਕ ਬੁਰਾਈ ਹੈ। ਸੋਸ਼ਲ ਇਵਲ, ਸਮਾਜਿਕ ਬੁਰਾਈ ਹੈ ਇਹ ਜੂਆ ਖੇਡਣਾ। ਹੁਣ ਵੀ ਚੱਲਦੀ ਹੈ, ਹੁਣ ਵੀ ਲੋਕ ਖੇਲਦੇ ਹੈ। ਵੀ ਕੈਨ ਸੀ ਪੀਪਲ ਪਲੇਇੰਗ ਇਟ ਐਵਰੀਵੇਅਰ, ਅਸੀਂ ਦੇਖ ਸਕਦੇ ਹਾਂ ਲੋਕਾਂ ਨੂੰ ਇਸ ਨੂੰ ਖੇਡਦੇ ਹੋਏ ਐਵਰੀਵੇਅਰ, ਹਰ ਕਿਤੇ। ਅੱਛਾ ਹੁਣ ਹੈ ਨਾ ਜਿਹੜਾ ਜੂਆ, ਇਹ ਤਾਂ ਬਹੁਤ ਖਤਰਨਾਕ ਬਣ ਗਿਆ। ਇਹ ਜਿਹੜਾ ਚੌਸਰ ਖੇਡੀ ਗਈ ਸੀ ਉੱਥੇ ਜੂਏ ਵਾਲੀ ਜਿਹੜੀ ਇਹ ਐਪੀਸੋਡ ਹੋਇਆ, ਉਹ ਤਾਂ ਬਹੁਤ ਛੋਟਾ ਜੂਆ ਸੀਗਾ। ਜਿਹੜਾ ਅੱਜ ਕੱਲ੍ਹ ਜੂਆ ਚੱਲਦਾ ਹੈ ਨਾ, ਅੱਜ ਕੱਲ੍ਹ ਤਾਂ ਆਨਲਾਈਨ ਜੂਆ ਚੱਲਦਾ ਹੈ ਤੇ ਹਰ ਕਿਤੇ ਚੱਲ ਰਿਹਾ, ਤੇ ਲੋਕ ਲੱਖਾਂ ਕਰੋੜਾਂ, ਈਵਨ ਕਿ ਜਿਹੜੇ ਮੈਚ ਚੱਲਦੇ ਆ ਬੇਟਾ, ਦੇਖੋ ਕ੍ਰਿਕਟ ਦੇ ਮੈਚ, IPL ਦੇ ਮੈਚ ਜਿਹੜੇ ਚੱਲਦੇ ਆ, ਉਹਨਾਂ ਤੇ ਜੂਆ ਚੱਲਦਾ। ਦੇਖੋ ਉਹਨਾਂ ਤੇ ਦੌ ਲੱਗਦੇ ਆ, ਮੈਂ ਆਹ ਪਲੇਅਰ ਤੇ ਦੌ ਲਾਨਾ, ਉਹ ਪਲੇਅਰ ਤੇ ਦੌ ਲਾਨਾ, ਲੱਖਾਂ ਕਰੋੜਾਂ ਰੁਪਇਆ ਬੰਦਾ ਹਾਰ ਜਾਂਦਾ ਹੈ। It has been rightly called the father of all mischief, ਕਹਿੰਦੇ it has been rightly called, ਕਹਿੰਦੇ ਸਹੀ ਕਿਹਾ ਗਿਆ ਹੈ
ਇਸ ਨੂੰ ਇਟ ਦਾ ਮਤਲਬ ਇੱਥੇ ਗੈਂਬਲਿੰਗ ਤੋਂ ਮਤਲਬ ਹੈ, ਇਟ ਦਾ ਮਤਲਬ ਹੈ ਗੈਂਬਲਿੰਗ, ਕਿ ਗੈਂਬਲਿੰਗ ਨੂੰ ਸਹੀ ਕਿਹਾ ਗਿਆ ਹੈ ਕਿ ਇਹ ਸਾਰੀਆਂ ਸ਼ਰਾਰਤਾਂ, ਮਿਸਚੀਫ ਦਾ ਮਤਲਬ ਸਾਰੀਆਂ ਗਲਤ ਗੱਲਾਂ ਦਾ ਇਹ ਫਾਦਰ ਹੈ, ਮਤਲਬ ਪਿਤਾ ਹੈ। ਮਤਲਬ ਆਪਾਂ ਜਿੰਨੀਆਂ ਬੁਰਾਈਆਂ ਲੈ ਲਈਏ, ਉਹਨਾਂ ਬੁਰਾਈਆਂ ਦਾ ਸਭ ਤੋਂ ਮੋਢੀ ਕੌਣ ਹੈ, ਸਭ ਤੋਂ ਉੱਪਰ ਕੌਣ ਹੈ? ਜੂਆ। ਜਿਹੜਾ ਬੰਦਾ ਜੂਆ ਖੇਡਣ ਲੱਗ ਜਾਂਦਾ ਹੈ ਉਹ ਕਦੇ ਬਣ ਨਹੀਂ ਸਕਦਾ, ਕਹਿੰਦੇ ਨੇ ਜੂਆ ਕਿਸੇ ਕਾ ਨਾ ਹੁਆ, ਉਹ ਗੱਲ ਹੈ ਜੀ। ਵੀ ਸ਼ੁਡ ਨਾਟ ਪਲੇ ਇਟ, ਸਾਨੂੰ ਇਸ ਨੂੰ ਨਹੀਂ ਖੇਡਣਾ ਚਾਹੀਦਾ। ਵੀ ਸ਼ੁਡ ਟਰਾਈ ਟੂ ਸਟਾਪ ਦਾ ਪੀਪਲ ਪਲੇਇੰਗ ਇਟ, ਸਾਨੂੰ ਰੋਕਣਾ ਚਾਹੀਦਾ ਹੈ ਉਹਨਾਂ ਲੋਕਾਂ ਨੂੰ ਜੋ ਇਹ ਖੇਲਦੇ ਨੇ। ਵੀ ਸ਼ੁਡ ਟਰਾਈ ਟੂ ਸਟਾਪ ਦਾ ਪੀਪਲ ਪਲੇਇੰਗ ਇਟ, ਕੀ ਆਪਾਂ ਰੋਕ ਪਾਉਂਦੇ ਹਾਂ? ਚਲੋ, ਰੀਅਲੀ ਇਟ ਇਜ਼ ਅ ਵੈਰੀ ਐਜੂਕੇਟਿਵ ਸਟੋਰੀ। ਸੱਚਮੁੱਚ ਇਹ ਇੱਕ ਬਹੁਤ ਹੀ ਸਿੱਖਿਆਦਾਇਕ ਕਹਾਣੀ ਹੈ। ਐਜੂਕੇਟਿਵ, ਸਿੱਖਿਆਦਾਇਕ ਨੂੰ ਕਿਹਾ ਜਾਂਦਾ ਹੈ। ਤਾਂ ਬੇਟਾ ਚੈਪਟਰ ਦੇ ਸ਼ੁਰੂ ਚ ਇੰਟਰੋਡਕਟਰੀ ਪੈਰੇ ਦੇ ਵਿੱਚ ਇੱਕ ਗੱਲ ਰਾਈਟਰ ਨੇ ਲਿਖੀ ਸੀ, ਮਾਰਜੋਰੀ ਸਾਈਕਸ ਨੇ, ਕਹਿੰਦੇ ਵੀ ਮਹਾਭਾਰਤ ਦੇ ਹਰ ਇੱਕ ਘਟਨਾ ਤੋਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ। ਇਹ ਬਿਲਕੁਲ ਸਹੀ ਗੱਲ ਹੈ। ਰਮਾਇਣ ਹੋਵੇ ਚਾਹੇ ਮਹਾਭਾਰਤ ਹੋਵੇ, ਇਹਨਾਂ ਦੀ ਹਰ ਇੱਕ ਘਟਨਾ ਤੋਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਬਿਕੋਜ਼ ਇਹ ਜਿਹੜੀਆਂ ਦੋਨੇ ਐਪਿਕਸ ਨੇ, ਦੋਨੇ ਮਹਾਕਾਵ ਨੇ, ਇਹ ਸਾਡੀਆਂ ਰੋਜ਼ਾਨਾ ਜ਼ਿੰਦਗੀ ਵਰਗੇ ਨੇ। ਏਦਾਂ ਦੇ ਕਰੈਕਟਰ ਸਾਨੂੰ ਆਪਣੀ ਜ਼ਿੰਦਗੀ 'ਚ ਵੀ ਮਿਲਦੇ ਨੇ। ਤਾਂ ਲੇਕਿਨ ਕੀ ਅਸੀਂ ਇਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਲਾਈਫ 'ਚ ਢਾਲਦੇ ਹਾਂ? ਇਹ ਇੱਕ ਕੁਐਸਚਨ ਹੈ ਜੀ। ਹਾਂਜੀ ਸਟੂਡੈਂਟਸ, ਇਸੇ ਨਾਲ ਹੀ ਸਾਡਾ ਇਹ ਲੌਂਗ ਆਨਸਰ ਟਾਈਪ ਕੁਐਸਚਨ ਖਤਮ ਹੁੰਦਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਆਨਸਰ ਸਮਝ ਆ ਗਿਆ ਹੋਵੇਗਾ। ਫਿਰ ਵੀ ਜੇਕਰ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਤੁਹਾਨੂੰ ਮੈਂ ਇਸ ਚੈਪਟਰ ਦੇ ਨਾਲ ਬਣਾਏ ਹੋਏ ਰਿਲੇਟਡ ਵੀਡੀਓਜ਼ ਜਾਂ ਹੋਰ ਜਿਹੜੇ +2 ਇੰਗਲਿਸ਼ ਇਲੈਕਟਿਵ ਦੇ ਵੀਡੀਓਜ਼ ਨੇ, ਉਹਨਾਂ ਦੇ ਲਿੰਕਸ ਮੈਂ ਤੁਹਾਨੂੰ ਸਕਰੀਨ ਤੇ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ +2 ਇੰਗਲਿਸ਼ ਇਲੈਕਟਿਵ ਦੇ ਚੈਪਟਰ ਨੂੰ ਲੈ ਕੇ ਮਿਲਾਂਗੇ। ਫਿਰ ਮਿਲਦੇ ਹਾਂ। ਧੰਨਵਾਦ।